ਲੜੀਵਾਰ ਗੁਰਬਾਣੀ ਸ਼ਬਦ ਵਿਚਾਰ। ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਆਪ ਜੀਆਂ ਨੇ ਸਰਵਨ ਕੀਤਾ। ਪਵਿੱਤਰ ਬਾਣੀ ਦੀ ਵਿਚਾਰ ਨਾਲ ਸਾਂਝ ਪਾਉਣ ਲਈ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਦੇ ਵਿੱਚ ਜੁੜਨ ਦਾ ਯਤਨ ਕਰੀਏ। ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਅੰਮ੍ਰਿਤਮਈ ਬਾਣੀ ਦੇ ਰਾਹੀਂ ਸਾਨੂੰ ਮਨਮੁਖੀ ਜੀਵਾਂ ਨੂੰ, ਦੁਨਿਆਵੀ ਜੀਵਾਂ ਨੂੰ, ਸੰਸਾਰੀ ਜੀਵਾਂ ਨੂੰ ਜੋ ਸਮਝਾਉਣਾ ਚਾਹੁੰਦੇ ਨੇ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਲਾ ਤੀਜਾ। ਇਕ ਓੰਕਾਰ ਸਤਿ ਗੁਰ ਪ੍ਰਸਾਦ। ਬੁਰਾ ਕਰੇ ਸੋ ਕਿਹਾ ਸਿਜੈ, ਆਪਣੇ ਅਰੋਹੇ ਆਪੇ ਹੀ ਦੱਜੈ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਦੇ ਨਾਲ ਸਾਂਝ ਪਾਉਂਦੇ ਆ ਰਹੇ ਹੋ। ਸਤਿਗੁਰੂ ਧੰਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਵੱਲੋਂ ਉਚਾਰਨ ਕੀਤੇ ਹੋਏ ਪਾਵਨ ਸ਼ਲੋਕ, ਜੋ ਸ਼ਲੋਕ ਵਾਰਾਂ ਤੇ ਵਧੀਕ ਦੇ ਹੇਠ ਦਰਜ ਸੁਭਾਏਮਾਨ ਹਨ। ਅੱਜ ਦੇ ਜੋ ਪਾਵਨ ਸ਼ਲੋਕ ਆਪ ਜੀ ਨੇ ਸਰਵਨ ਕੀਤੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 1418 ਦੇ ਉੱਪਰ ਸੁਭਾਏਮਾਨ ਹੈ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਅੰਮ੍ਰਿਤਮਈ ਬਚਨਾਂ ਵਿੱਚ ਕਿਰਪਾ ਕਰਦੇ ਨੇ ਕਿ ਜਿਹੜਾ ਬੁਰੇ ਕਰਮ ਕਰਨ ਵਾਲਾ ਹੈ, ਉਹ ਜੀਵਨ ਦੇ ਅੰਦਰ ਕਿਸ ਤਰ੍ਹਾਂ ਕਾਮਯਾਬ ਹੋ ਸਕਦਾ ਹੈ। ਬੁਰੇ ਕਰਮ ਕਰਨ ਵਾਲਾ ਕਦੇ ਵੀ ਸੰਸਾਰ ਦੇ ਵਿੱਚ ਸਫਲ ਨਹੀਂ ਹੋ ਸਕਦਾ, ਕਾਮਯਾਬ ਨਹੀਂ ਹੋ ਸਕਦਾ। ਪਰ ਅਸੀਂ ਤੇ ਜਿਸ ਸੰਸਾਰ ਦੇ ਵਿੱਚ ਰਹਿ ਰਹੇ ਹਾਂ, ਉੱਥੇ ਵੇਖੀਏ ਤਾਂ ਬੁਰੇ ਕਰਮ ਕਰਨ ਵਾਲੇ ਹੀ ਸਾਨੂੰ ਕਾਮਯਾਬ ਹੋਏ ਨਜ਼ਰ ਆਉਂਦੇ ਨੇ। ਬੁਰੇ ਕਰਮ ਕਰਨ ਵਾਲਿਆਂ ਨੂੰ ਹੀ ਸਫਲਤਾ ਸੰਸਾਰ ਦੇ ਵਿੱਚ ਮਿਲਦੀ ਦਿਸਦੀ ਹੈ। ਗੁਰਬਾਣੀ ਨੂੰ ਅਸੀਂ ਇਸੇ ਅਵਸਥਾ ਵਿੱਚ ਸਮਝਣਾ ਹੈ ਕਿ ਬੁਰੇ ਕਰਮ ਕਰਕੇ ਅਸੀਂ ਦੁਨੀਆ ਦੇ ਵਿੱਚ ਤਾਂ ਕਾਮਯਾਬ ਹੋ ਸਕਦੇ ਹਾਂ, ਸਰੀਰ ਕਰਕੇ ਸਫਲ ਹੋ ਸਕਦੇ ਹਾਂ, ਪਰ ਸਾਹਿਬ ਜੀ ਕਹਿੰਦੇ ਗੱਲ ਸਰੀਰ ਦੀ ਨਹੀਂ, ਗੱਲ ਤੇਰੇ ਆਤਮਿਕ ਮੰਡਲ ਦੀ ਹੈ। ਤੂੰ ਆਤਮਿਕ ਜੀਵਨ ਵਿੱਚ ਜਿਹੜਾ ਕਾਰਜ ਰਾਸ ਕਰਨ ਲਈ ਆਇਆ, ਇਹ ਜਨਮਾਂ ਜਨਮਾਂ ਦਾ ਵਿਛੋੜਾ, ਇਹਦਾ ਦੁੱਖ ਮੁਕਾਉਣ ਵਾਸਤੇ ਜੋ ਤੂੰ ਆਇਆ, ਉਹ ਕਦੇ ਤੇਰੀ ਜ਼ਿੰਦਗੀ ਦਾ ਵਿਛੋੜਾ ਮੁੱਕਣਾ ਹੀ ਨਹੀਂ। ਤੇਰੇ ਜੀਵਨ ਦੇ ਦੁੱਖ ਜਿਹੜੇ ਨੇ ਇਹ ਕਦੇ ਮੁੱਕਣਾ ਹੀ ਨਹੀਂ। ਤੂੰ ਦੁਨੀਆ ਨੂੰ ਧੋਖਾ ਦੇ ਕੇ ਕਾਮਯਾਬ ਹੋ ਸਕਦਾ ਹੈ, ਪਰ ਪਰਮੇਸ਼ਵਰ ਨੂੰ ਧੋਖਾ ਦੇ ਕੇ ਤੂੰ ਕਾਮਯਾਬ ਨਹੀਂ ਹੋ ਸਕਦਾ। ਇਸ ਲਈ ਜਿਹੜੇ ਬੁਰੇ ਕਰਮ ਕਰਨ ਵਾਲੇ ਹੁੰਦੇ ਨੇ, ਬੁਰਾ ਸੋਚਣ ਵਾਲੇ, ਬੁਰਾ ਕਰਮ ਕਰਨ ਵਾਲੇ, ਉਹ ਆਤਮਿਕ ਤਲ ਤੇ ਕਦੇ ਕਾਮਯਾਬ ਨਹੀਂ ਹੁੰਦੇ, ਕਦੇ ਸਫਲ ਨਹੀਂ ਹੁੰਦੇ। ਭਾਵ ਉਹਨਾਂ ਨੂੰ ਕਦੇ ਵੀ ਮਨ ਦਾ ਸੁੱਖ ਜਿਹੜਾ ਹੈ ਇਹ ਕਦੇ ਨਸੀਬ ਨਹੀਂ ਹੁੰਦਾ। ਉਹ ਸਦਾ ਹੀ ਅੰਦਰੋਂ ਦੁਖੀ, ਪਰੇਸ਼ਾਨ, ਚਿੰਤਤ ਹੀ ਹਰ ਵੇਲੇ ਰਹਿੰਦੇ ਨੇ, ਜਿਹੜੇ
ਆਪਣੇ ਮਨ ਦੇ ਵਿੱਚ ਬੁਰੀ ਵਿਚਾਰ ਰੱਖ ਕੇ ਤੇ ਬੁਰੇ ਕਰਮ ਕਰਦੇ ਨੇ। ਤੇ ਜਿਹੜਾ ਬੁਰਾ ਕਰਮ ਕਰਨ ਵਾਲਾ ਹੈ, ਇਹਦੇ ਅੰਦਰ ਦੀ ਭਾਵਨਾ ਇਹ ਹੁੰਦੀ ਹੈ ਕਿ ਮੈਂ ਚੰਗਾ ਹਾਂ, ਬਾਕੀ ਸਾਰੇ ਬੁਰੇ ਨੇ। ਤੇ ਗੁਰਮਤ ਜਿਹੜੀ ਹੈ ਉਹ ਸਾਨੂੰ ਇਹਦੇ ਤੋਂ ਉਲਟ ਸਮਝਾਉਂਦੀ ਹੈ ਕਿ ਤੂੰ ਲੱਖ ਚੰਗਾ ਹੋਵੇਂ, ਪਰ ਜੇ ਤੂੰ ਕਾਮਯਾਬ ਹੋਣਾ ਚਾਹੁੰਦਾ ਹੈ, ਕਾਰਜ ਰਾਸ ਕਰਨਾ ਚਾਹੁੰਦਾ ਹੈ, ਫਿਰ ਤੂੰ ਆਪਣੇ ਆਪ ਵਿੱਚ ਝਾਤ ਮਾਰ ਕੇ ਆਪਣੀਆਂ ਬੁਰਾਈਆਂ ਵੇਖ। ਤੂੰ ਬੁਰਾ ਬਣ ਕੇ ਦੂਸਰਿਆਂ ਦਾ ਬੁਰਾ ਨਾ ਕਰ। ਤੂੰ ਆਪਣੇ ਅੰਦਰ ਜੀਵਨ ਵਿੱਚ ਬੁਰਾਈਆਂ ਵੇਖ ਕੇ ਉਹਨੂੰ ਦੂਰ ਕਰਨ ਦਾ ਯਤਨ ਕਰ। ਪਰ ਬੰਦਾ ਬੁਰਾ ਬਣ ਕੇ ਦੂਜਿਆਂ ਨੂੰ ਬੁਰਾ ਬਣਾਉਂਦਾ ਵੀ ਹੈ ਤੇ ਦੂਜਿਆਂ ਨਾਲ ਬੁਰਾਈ ਕਰਦਾ ਵੀ ਹੈ, ਤੇ ਕਰਕੇ ਫਿਰ ਕਹਿੰਦਾ ਮੈਂ ਚੰਗਾ ਹਾਂ। ਬੁਰੇ ਕਰਮ ਕਰਕੇ ਵੀ ਕਹਿੰਦਾ ਵੀ ਮੈਂ ਚੰਗਾ, ਬਾਕੀ ਸਾਰੇ ਹੀ ਮਾੜੇ ਨੇ, ਬੁਰੇ ਨੇ। ਪਰ ਗੁਰਮਤ ਵਿੱਚ ਜਿਹਨੇ ਆਪਣੇ ਜੀਵਨ ਨੂੰ ਤਬਦੀਲ ਕੀਤਾ, ਬਦਲਿਆ, ਆਪਣੀ ਸੋਚ ਬਦਲੀ, ਉਹ ਕਹਿੰਦੇ ਵੀ ਮੈਂ ਹੀ ਬੁਰਾ, ਬਾਕੀ ਸਾਰੇ ਚੰਗੇ ਨੇ। ਗੁਰਬਾਣੀ ਅੰਦਰ ਇਹੀ ਗੱਲ ਅਸੀਂ ਸਮਝਣੀ ਹੈ। ਬਾਬਾ ਫਰੀਦ ਸਾਹਿਬ ਜੀ ਨੇ ਆਖਿਆ ਕਿ ਤੂੰ ਤਾਂ ਆਪਣੇ ਆਪ ਨੂੰ ਚੱਲ ਬੁਰਾ ਤਾਂ ਕੀ ਕਹਿਣਾ, ਤੂੰ ਬੁਰੇ ਦਾ ਵੀ ਭਲਾ ਕਰਕੇ ਵੇਖ। ਤੇ ਆਪਣੇ ਆਪ ਨੂੰ ਬੁਰਾ ਕਹਿਣਾ ਵੀ ਬੜਾ ਔਖਾ ਹੈ, ਤੇ ਦੂਸਰੇ ਕਿਸੇ ਬੁਰੇ ਦਾ ਭਲਾ ਕਰਨਾ ਵੀ ਬੜਾ ਔਖਾ ਹੈ। ਕਿਸੇ ਚੰਗੇ ਦਾ ਅਸੀਂ ਜਿਹੜਾ ਉਹ ਸੰਸਾਰ ਦੇ ਵਿੱਚ ਬੁਰਾ ਕਰਦੇ ਹਾਂ, ਜਿਹੜਾ ਸਾਡੇ ਨਾਲ ਚੰਗਾ ਕਰਦਾ ਹੈ ਅਸੀਂ ਤੇ ਉਹਦੇ ਨਾਲ ਵੀ ਬੁਰਾ ਕਰਦੇ ਹਾਂ, ਤੇ ਬੁਰੇ ਦਾ ਚੰਗਾ ਕਰਨਾ ਤੇ ਬੜੀ ਔਖੀ ਗੱਲ ਹੈ। ਜੋ ਸਾਨੂੰ ਗੁਰਬਾਣੀ ਦੇ ਵਿੱਚ ਸਮਝਾਇਆ, ਅਸੀਂ ਉਸ ਮੁਤਾਬਕ ਆਪਣੇ ਜੀਵਨ ਨੂੰ ਢਾਲ ਕੇ ਚੱਲਾਂਗੇ ਤੇ ਕਾਮਯਾਬ ਜੀਵਨ ਵਿੱਚ ਹੋ ਸਕਦੇ ਹਾਂ। ਤੇ ਬਾਬਾ ਫਰੀਦ ਸਾਹਿਬ ਕਹਿੰਦੇ, ਫਰੀਦਾ ਬੁਰੇ ਦਾ ਭਲਾ ਕਰ। ਹੁਣੇ ਜਿੰਨਾ ਪੜ੍ਹਨਾ ਸੌਖਾ, ਸੁਣਨਾ ਸੌਖਾ ਹੈ, ਉਨਾ ਹੀ ਇਹ ਕਰਮ ਕਰਨਾ ਬੜਾ ਔਖਾ ਹੈ। ਨਹੀਂ ਹੁੰਦਾ। ਬੁਰੇ ਦਾ ਭਲਾ ਨਹੀਂ ਹੁੰਦਾ ਸਮਾਜ ਦੇ ਅੰਦਰ, ਸੰਸਾਰ ਦੇ ਵਿੱਚ ਰਹਿ ਕੇ, ਪਰ ਜੇ ਕੋਈ ਹੈ ਤਾਂ ਮੁਬਾਰਕ ਹੈ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ ਪੱਲੇ, ਸਭ ਕੁਛ ਪਾਏ। ਆਹ ਰੋਗ ਨਹੀਂ ਅਸੀਂ ਆਪਣੇ ਪੱਲੇ ਪਾਉਣਾ, ਇਸ ਰੋਗ ਤੋਂ ਛੁਟਕਾਰਾ ਪਾਉਣਾ ਹੈ। ਕਬੀਰ ਸਾਹਿਬ ਜੀ ਨੇ ਵੀ ਕਹਿ ਦਿੱਤਾ, ਕਬੀਰ ਸਭ ਤੇ ਹਮ ਬੁਰੇ, ਹਮ ਧਜ ਭਲੋ ਸਭ ਕੋਏ। ਕਬੀਰ ਜੀ ਕਹਿੰਦੇ ਸਾਰਿਆਂ ਨਾਲੋਂ ਮੈਂ ਬੁਰਾ ਹਾਂ ਤੇ ਮੈਨੂੰ ਛੱਡ ਕੇ ਸਾਰੇ ਹੀ ਚੰਗੇ ਨੇ। ਹੁਣ ਜਿਹੜਾ ਸੰਸਾਰੀ ਜੀਵ ਹੈ ਉਹ ਕਹਿੰਦਾ ਵੀ ਮੈਨੂੰ ਛੱਡ ਕੇ ਬਾਕੀ ਸਾਰੇ ਹੀ ਬੁਰੇ ਨੇ, ਸਾਰੇ ਹੀ ਮਾੜੇ ਨੇ, ਮੈਂ ਹੀ ਚੰਗਾ, ਮੈਂ ਹੀ ਦੁੱਧ ਧੋਤਾ ਹਾਂ, ਬਾਕੀ ਸਾਰੇ ਹੀ ਮੈਲੇ ਨੇ। ਪਰ ਗੁਰਬਾਣੀ ਨੂੰ ਅਸੀਂ ਸਮਝ ਕੇ ਜਦੋਂ ਅਸੀਂ ਚੱਲਾਂਗੇ ਤੇ ਇਹ ਸਾਡੀ ਅਵਸਥਾ ਇਦਾਂ ਦੀ ਬਣ ਜਾਏਗੀ ਕਿ ਕਬੀਰ ਸਭ ਤੇ ਹਮ ਬੁਰੇ, ਮੈਂ ਸਾਰਿਆਂ ਨਾਲੋਂ ਬੁਰਾ ਹਾਂ, ਮੈਨੂੰ ਛੱਡ ਕੇ ਬਾਕੀ ਸਾਰੇ ਹੀ ਚੰਗੇ ਨੇ। ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਜਿਹਨੇ ਇਸ ਗੱਲ ਨੂੰ ਸਮਝ ਲਿਆ, ਕਬੀਰ ਜੀ ਕਹਿੰਦੇ ਉਹ ਮੇਰਾ ਮਿੱਤਰ ਹੈ, ਮੈਂ ਉਹਨੂੰ ਆਪਣਾ ਮਿੱਤਰ ਸਮਝਦਾ, ਜਿਹਨੇ ਆਹ ਗੱਲ ਜਿਹੜੀ ਹੈ ਇਹ ਸਮਝ ਲਈ ਹੈ। ਦੂਸਰੇ ਪਾਸੇ ਅਸੀਂ ਗੁਰਬਾਣੀ ਵਿੱਚ ਜਦੋਂ ਅਸੀਂ ਵਿਚਾਰ ਨੂੰ ਸਮਝ ਕੇ ਚੱਲਾਂਗੇ ਤੇ ਫਿਰ ਸਮਝ ਆਏਗੀ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ। ਬਸ ਇਸ ਵਿਚਾਰ ਨੂੰ ਆਪਾਂ ਸਮਝ ਲਾਂਗੇ ਤਾਂ ਸਾਡੇ ਪੱਲੇ ਕੋਈ ਰੋਗ ਨਹੀਂ ਰਹਿ ਜਾਏਗਾ। ਅਸੀਂ ਜ਼ਿੰਦਗੀ ਦੀ ਬਾਜੀ ਕਦੇ ਹਾਰਾਂਗੇ ਨਹੀਂ, ਕਾਮਯਾਬ ਹੋਵਾਂਗੇ, ਸਫਲ ਹੋਵਾਂਗੇ। ਇਹ ਬਾਹਰ ਦੀਆਂ ਕਾਮਯਾਬੀਆਂ ਇੱਥੇ ਹੀ ਰਹਿ ਜਾਣੀਆਂ ਨੇ। ਜੇ ਅਸੀਂ ਆਤਮਿਕ ਮੰਡਲ ਵਿੱਚ ਹੀ ਫੇਲ ਹੋ ਗਏ ਤੇ ਬਾਹਰ ਦੀਆਂ ਕਾਮਯਾਬੀਆਂ ਕੀ ਕਰਨਗੀਆਂ। ਜੇ ਸਾਨੂੰ ਆਤਮਿਕ ਮੰਡਲ ਦੇ ਵਿੱਚ ਹੀ ਮੈਡਲ ਨਾ ਮਿਲਿਆ ਤੇ ਬਾਹਰ ਦਾ ਮੈਡਲ ਕੀ ਕਰੇਗਾ। ਪਰ ਸਾਡੀ ਸੋਚ ਬਾਹਰ ਹੀ ਹੈ, ਅਸੀਂ ਬਾਹਰੋਂ ਕਾਮਯਾਬ ਹੋਣਾ ਚਾਹੁੰਦੇ ਹਾਂ ਔਰ ਹੋਏ ਵੀ ਹਾਂ।
ਬਾਹਰੋਂ ਕਾਮਯਾਬੀ ਸਾਨੂੰ ਮਿਲ ਵੀ ਰਹੀ ਹੈ, ਭਾਵੇਂ ਚੰਗਿਆਈ ਕਰਕੇ ਭਾਵੇਂ ਬੁਰਿਆਈ ਕਰਕੇ ਕਾਮਯਾਬੀਆਂ ਮਿਲ ਰਹੀਆਂ, ਪਰ ਦੇਖਣਾ ਤੇ ਹੈ ਵੀ ਤੂੰ ਮਾਨਸਿਕ ਮੰਡਲ ਵਿੱਚ ਆਤਮਿਕ ਤਲ ਤੇ ਕਾਮਯਾਬ ਹੋਇਆ ਕਿ ਨਹੀਂ ਹੋਇਆ। ਤੂੰ ਉਹਦੇ ਵਿੱਚ ਪਾਸ ਹੈ ਕਿ ਫੇਲ ਹੈ, ਇਹ ਦੇਖਣਾ ਇਹ ਹੈ। ਇਸ ਲਈ ਕਹਿ ਰਹੇ ਨੇ ਕਿ ਜਿਹੜਾ ਬੁਰਾ ਸੋਚ ਰਿਹਾ, ਬੁਰਾ ਕਰਮ ਕਰ ਰਿਹਾ, ਉਹ ਕਿਵੇਂ ਕਾਮਯਾਬ ਹੋ ਸਕਦਾ ਹੈ? ਨਹੀਂ ਹੋ ਸਕਦਾ, ਕਿਉਂਕਿ ਪਰਮੇਸ਼ਵਰ ਦੇ ਘਰ ਦੇ ਵਿੱਚ ਨਿਆਂ ਹੈ, ਅਨਿਆਏ ਨਹੀਂ ਹੈ। ਕਿ ਜਿਹੜਾ ਸੰਸਾਰ ਵਿੱਚ ਇਮਾਨਦਾਰੀ ਵਿਖਾਵੇ, ਇਮਾਨਦਾਰ ਹੋਵੇ, ਸੱਚ ਬੋਲੇ, ਸੱਚ ਦੇ ਰਾਹ ਉੱਤੇ ਤੁਰੇ, ਉਹਨੂੰ ਪਾਸੇ ਕਰ ਦਿਓ। ਜਿਹੜਾ ਬੇਈਮਾਨ ਰੱਜ ਕੇ ਹੋਵੇ, ਜਿਹੜਾ ਝੂਠਾ ਹੋਵੇ, ਬੁਰਿਆਈ ਦੀ ਦਲਦਲ ਵਿੱਚ ਫਸਿਆ ਹੋਵੇ, ਉਹਦੇ ਗਲ ਵਿੱਚ ਹਾਰ ਪਾ ਕੇ ਤੇ ਉਹਨੂੰ ਤੁਸੀਂ ਉਹਦੀ ਵਾਹਵਾ ਸੰਸਾਰ ਦੇ ਵਿੱਚ ਕਰੋ। ਇਹ ਦੁਨੀਆ ਵਿੱਚ ਹੋ ਸਕਦਾ ਹੈ ਕਿ ਤੁਸੀਂ ਜਿਹਨੂੰ ਨਿਆਂ ਦੇਣਾ ਸੀ ਉਹਦੇ ਨਾਲ ਅਨਿਆਏ ਕੀਤਾ, ਪਰ ਪਰਮੇਸ਼ਵਰ ਦੇ ਘਰ ਦੇ ਵਿੱਚ ਨਿਆਂ ਹੈ, ਅਨਿਆਏ ਨਹੀਂ ਹੈ। ਇੱਥੇ ਤੇ ਜਿਹੜਾ ਸੱਚਾ ਹੈ ਸੱਚਾ, ਜਿਹੜਾ ਝੂਠਾ ਹੈ ਝੂਠਾ। ਜਿਹਨੇ ਚੰਗੇ ਕਰਮ ਕੀਤੇ ਨੇ ਉਹਨੂੰ ਚੰਗਾ ਫਲ ਹੈ, ਜਿਹਨੇ ਮਾੜੇ ਕਰਮ ਕੀਤੇ ਉਹਨੂੰ ਮਾੜਾ। ਭਾਵ ਜੈਸਾ ਕੋਈ ਬੀਜ ਬੀਜੇਗਾ ਵੈਸਾ ਹੀ ਫਲ ਪ੍ਰਾਪਤ ਹੋਏਗਾ। ਇੱਥੇ ਕਿਸੇ ਦੇ ਨਾਲ ਅਨਿਆਏ ਨਹੀਂ ਹੁੰਦਾ। ਸਤਿਗੁਰੂ ਪਾਤਸ਼ਾਹ ਜੀ ਇਸੇ ਲਈ ਸਮਝਾ ਰਹੇ ਨੇ ਅੱਜ ਦੇ ਬਚਨਾਂ ਵਿੱਚ, ਤੇ ਕਬੀਰ ਸਾਹਿਬ ਜੀ ਨੇ ਤੇ ਕਹਿ ਦਿੱਤਾ, ਸਭ ਤੇ ਹਮ ਬੁਰੇ, ਮੈਂ ਸਾਰਿਆਂ ਨਾਲੋਂ ਬੁਰਾ। ਇਹਦੇ ਦੋ ਅਰਥ ਕੀਤੇ ਨੇ ਵਿਦਵਾਨਾਂ ਨੇ। ਅਸੀਂ ਕਈ ਵਾਰ ਨਾ ਕਿਸੇ ਨੂੰ ਸਮਝਾਉਂਦੇ ਹਾਂ, ਉਹਦੇ ਭਲੇ ਵਾਸਤੇ ਸਮਝਾਉਂਦੇ ਹਾਂ, ਇੱਕ ਵਾਰੀ, ਦੋ ਵਾਰੀ, ਚਾਰ ਵਾਰੀ, ਤੇ ਜਿਹਨੂੰ ਸਮਝਾ ਰਹੇ ਹਾਂ ਉਹਨੂੰ ਕੀ ਲੱਗਦਾ ਵੀ ਇਹ ਮੇਰੇ ਬੁਰੇ ਵਾਸਤੇ ਕਹਿ ਰਿਹਾ ਹੈ। ਹਾਲਾਂਕਿ ਉਹਦੇ ਭਲੇ ਵਾਸਤੇ ਹੀ ਸਮਝਾਇਆ ਜਾ ਰਿਹਾ ਹੈ, ਪਰ ਉਲਟਾ ਉਹਨੂੰ ਇਹ ਲੱਗਦਾ ਵੀ ਇਹ ਮੇਰੇ ਬੁਰੇ ਵਾਸਤੇ ਹੈ। ਉਦਾਹਰਣ ਦੇ ਤੌਰ ਤੇ ਮਾਂ-ਬਾਪ ਬੱਚਿਆਂ ਨੂੰ ਸਮਝਾਉਂਦੇ ਨੇ, ਉਹਨਾਂ ਦੇ ਮਾੜੇ ਵਾਸਤੇ ਨਹੀਂ ਸਮਝਾਉਂਦੇ, ਉਹਨਾਂ ਦਾ ਬੁਰਾ ਹੋਵੇ ਇਸ ਲਈ ਨਹੀਂ ਸਮਝਾਉਂਦੇ। ਮਾਂ-ਬਾਪ ਬੱਚਿਆਂ ਨੂੰ ਸਮਝਾਉਂਦੇ, ਉਹਨਾਂ ਦੇ ਭਲੇ ਵਾਸਤੇ ਸਮਝਾਉਂਦੇ। ਪਰ ਬੱਚਿਆਂ ਨੂੰ ਕੀ ਲੱਗਦਾ ਹੈ ਕਿ ਮਾਂ-ਬਾਪ ਸਾਡਾ ਬੁਰਾ ਸੋਚਦੇ ਨੇ, ਮਾਂ-ਬਾਪ ਸਾਡਾ ਬੁਰਾ ਸੋਚਦੇ ਨੇ, ਸਾਡਾ ਭਲਾ ਨਹੀਂ ਚਾਹੁੰਦੇ, ਸਾਡਾ ਚੰਗਾ ਨਹੀਂ ਸੋਚਦੇ। ਪਰ ਮਾਂ-ਬਾਪ ਨੂੰ ਪੁੱਛੋ, ਉਹ ਕਹਿੰਦੇ ਅਸੀਂ ਤੇ ਆਪਣੇ ਬੱਚਿਆਂ ਦੇ ਭਲੇ ਵਾਸਤੇ ਕਹਿੰਦੇ ਆ। ਪਰ ਬੱਚਿਆਂ ਨੂੰ ਲੱਗਿਆ ਵੀ ਮਾਂ-ਬਾਪ ਸਾਡੇ ਬੁਰੇ ਵਾਸਤੇ ਕਹਿ ਰਹੇ ਨੇ, ਸਾਡਾ ਭਲਾ ਨਹੀਂ ਇਹ ਚਾਹੁੰਦੇ। ਇਸੇ ਤਰ੍ਹਾਂ ਸਤਿਗੁਰੂ ਜੀ ਬਾਣੀ ਵਿੱਚ ਸਾਡੇ ਭਲੇ ਵਾਸਤੇ ਸਾਨੂੰ ਸਮਝਾਉਂਦੇ ਨੇ, ਪਰ ਸਾਨੂੰ ਗੱਲ ਸਮਝ ਨਾ ਆਵੇ। ਤੇ ਇੱਕ ਵਾਰ, ਦੋ ਵਾਰ, ਤਿੰਨ ਵਾਰ, ਚਾਰ ਵਾਰ ਕਿਸੇ ਨੂੰ ਸਮਝਾਓ, ਉਹ ਉਲਟਾ ਗਲ ਪੈ ਜਾਏ, ਤੇ ਤੁਸੀਂ ਕੀ ਕਹੋਗੇ? ਤੁਸੀਂ ਕਹੋਗੇ ਠੀਕ ਹੈ ਭਾਈ, ਤੂੰ ਸਹੀ ਹੈ, ਮੈਂ ਗਲਤ ਹਾਂ। ਇਹੀ ਕਹਿੰਦੇ ਨਾ ਅਸੀਂ ਹਾਰ ਕੇ। ਤੁਸੀਂ ਕਿਸੇ ਨੂੰ ਬਹੁਤ ਸਮਝਾਇਆ, ਉਹ ਫਿਰ ਵੀ ਨਾ ਸਮਝਿਆ, ਫਿਰ ਤੁਸੀਂ ਕੀ ਕਹੋਗੇ? ਤੁਸੀਂ ਇਹੀ ਕਹੋਗੇ ਵੀ ਠੀਕ ਹੈ, ਤੂੰ ਚੰਗਾ ਹੈ, ਮੈਂ ਹੀ ਮਾੜਾ ਹਾਂ। ਕਿਉਂਕਿ ਮਾੜੇ ਨੇ ਤੇ ਆਪਣੇ ਅੰਦਰ ਝਾਤ ਮਾਰ ਕੇ ਵੇਖਿਆ ਹੀ ਨਹੀਂ। ਕਬੀਰ ਜੀ ਵੀ ਸਮਝਾਉਂਦੇ ਨੇ, ਧਰਮੀ ਪੁਰਸ਼ਾਂ ਨੂੰ ਸਮਝਾਉਂਦੇ ਨੇ, ਪਖੰਡੀ ਲੋਕਾਂ ਨੂੰ ਸਮਝਾਉਂਦੇ ਨੇ ਵੀ ਆਹ ਪਖੰਡ ਛੱਡ ਦਿਓ, ਧਰਮ ਦੇ ਨਾਮ ਤੇ ਆਹ ਪਖੰਡ, ਧਰਮ ਨਾਲ ਖਿਲਵਾੜ ਕਰਨਾ ਛੱਡ ਦਿਓ। ਧਰਮ ਇਹ ਨਹੀਂ ਸਿਖਾਉਂਦਾ ਜਿਹੜੇ ਕਰਮ ਅਸੀਂ ਕਰਦੇ ਹਾਂ, ਪਰ ਉਹ ਧਰਮੀ ਲੋਕ ਨਹੀਂ ਸਮਝੇ। ਤੇ ਕਬੀਰ ਜੀ ਕਹਿੰਦੇ ਠੀਕ ਹੈ ਭਾਈ, ਤੁਸੀਂ ਚੰਗੇ ਹੋ, ਮੈਂ ਹੀ ਮਾੜਾ। ਤੋ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਕਹਿ ਰਹੇ ਨੇ, ਕਹਿੰਦੇ ਬੁਰਾ ਕਰੇ, ਅੱਜ ਦਾ ਜੋ ਪਾਵਨ ਸ਼ਲੋਕ ਹੈ, ਜੇ ਕੋਈ ਕਿਸੇ ਦਾ ਬੁਰਾ ਕਰਦਾ ਹੈ ਤੇ ਬੁਰਾ ਕੋਈ ਕਦੋਂ ਕਰੇਗਾ? ਜਦੋਂ ਉਹਦੇ ਦਿਮਾਗ ਦੇ ਵਿੱਚ ਬੁਰਿਆਈ ਵਾਲੇ ਵਿਚਾਰ ਆਉਣਗੇ। ਕਰਮ ਉਦੋਂ ਬਣਦਾ ਜਦੋਂ ਮਨ ਵਿੱਚ ਖਿਆਲ ਆਉਂਦਾ ਹੈ। ਪਹਿਲਾਂ ਉਹ ਮਨ ਵਿੱਚ ਜਿਹੜੀ ਆ ਪੂਰੀ ਵਿਚਾਰ ਬਣਦੀ ਹੈ। ਜਦੋਂ ਪਲੈਨਿੰਗ ਮਨ ਵਿੱਚ ਹੁੰਦੀ ਹੈ, ਫਿਰ ਅੱਗੋਂ ਉਹਦਾ ਕਰਮ ਹੁੰਦਾ ਹੈ। ਤੇ ਜਿੰਨਾ ਚਿਰ ਮਨ ਦੇ ਵਿੱਚ ਫੁਰਨਾ ਨਹੀਂ ਬਣੇਗਾ, ਮਨ ਵਿੱਚ ਖਿਆਲ ਨਹੀਂ ਆਏਗਾ, ਉਨਾ ਚਿਰ ਅਸੀਂ ਕੋਈ ਕਰਮ ਕਰ ਨਹੀਂ ਸਕਦੇ। ਹੁਣ ਜਿਹਨੇ ਦਿਮਾਗ ਦੇ ਅੰਦਰ, ਮਨ ਦੇ ਵਿੱਚ ਬੁਰਿਆਈ ਦੀ ਵਿਚਾਰ ਲਿਆ ਕੇ ਬੁਰਾ ਕਰਮ ਕੀਤਾ ਹੈ, ਉਹ ਕਿਵੇਂ ਕਾਮਯਾਬ ਹੋ ਸਕਦਾ ਹੈ? ਨਹੀਂ ਹੋ ਸਕਦਾ। ਉਹ ਕਿਵੇਂ ਸਫਲ ਹੋ ਸਕਦਾ ਹੈ? ਨਹੀਂ ਹੋ ਸਕਦਾ।
ਬੁਰਾ ਕਰੇ ਸੋ ਕੇਹਾ ਸਿਜਹਿ। ਸਿਜਹਿ ਦਾ ਅਰਥ ਹੁੰਦਾ ਹੈ ਸਫਲ, ਕਾਮਯਾਬ ਹੋਣਾ। ਕਿਹਾ ਦਾ ਅਰਥ ਹੈ ਕਿਸ ਤਰ੍ਹਾਂ। ਬੁਰੇ ਕਰਮ ਕਰਨ ਵਾਲਾ ਬਾਹਰੋਂ ਤੇ ਚਲੋ ਕਿਸੇ ਤਰ੍ਹਾਂ ਕਿਸੇ ਦੀ ਸਿਫਾਰਿਸ਼ ਕਿਸੇ ਦੀ ਮਦਦ ਨਾਲ ਕਾਮਯਾਬ ਹੋ ਜਾਏਗਾ, ਪਰ ਕਹਿਣ ਲੱਗੇ ਤੂੰ ਆਤਮਿਕ ਜੀਵਨ ਦੇ ਵਿੱਚ ਤੂੰ ਕਿਸ ਤਰ੍ਹਾਂ ਕਾਮਯਾਬ ਹੋ ਸਕਦਾ ਹੈ। ਬੁਰੇ ਕਰਮ ਕਰਨ ਵਾਲੇ ਕਦੇ ਕਾਮਯਾਬ ਨਹੀਂ ਹੁੰਦੇ, ਇਸ ਲਈ ਸਾਨੂੰ ਬੁਰਾਈ ਦਾ ਰਸਤਾ ਛੱਡਣਾ ਪਏਗਾ। ਜੇ ਅਸੀਂ ਜਨਮਾਂ ਜਨਮਾਂ ਦਾ ਵਿਛੋੜਾ ਆਪਣਾ ਮੁਕਾਉਣਾ ਚਾਹੁੰਦੇ ਹਾਂ, ਜੇ ਅਸੀਂ ਦੁੱਖਾਂ ਵਿੱਚੋਂ ਨਿਕਲਣਾ ਚਾਹੁੰਦੇ ਹਾਂ, ਤਾਂ ਫਿਰ ਸਾਨੂੰ ਬੁਰਾਈ ਵਾਲਾ ਰਸਤਾ ਛੱਡਣਾ ਪਏਗਾ। ਬੁਰੇ ਕਰਮ ਕਰਨ ਵਾਲਾ ਕਿਸ ਤਰ੍ਹਾਂ ਕਾਮਯਾਬ ਹੁੰਦਾ ਹੈ? ਸਾਹਿਬ ਜੀ ਕਹਿੰਦੇ ਕਦੇ ਨਹੀਂ ਹੁੰਦਾ, ਸਗੋਂ ਬੁਰੇ ਕਰਮ ਕਰਨ ਵਾਲੇ ਵਿੱਚ ਗੁੱਸਾ ਭਰਿਆ ਹੁੰਦਾ ਹੈ, ਕ੍ਰੋਧ ਭਰਿਆ ਹੁੰਦਾ ਹੈ। ਤੇ ਕ੍ਰੋਧ ਕੀ ਹੈ? ਇੱਕ ਅਗਨੀ ਹੈ, ਇੱਕ ਅੱਗ ਹੈ। ਤੇ ਅੱਗ ਦਾ ਕੰਮ ਕੀ ਹੁੰਦਾ ਹੈ? ਸਾੜਨਾ। ਹੁਣ ਜਿਹਦੇ ਅੰਦਰ ਕਹਿੰਦੇ ਜਿਹਨੇ ਬੁਰੇ ਕਰਮ ਕੀਤੇ ਨੇ, ਜਦੋਂ ਤੁਸੀਂ ਉਦੋਂ ਦੱਸੋਗੇ ਤੂੰ ਕਾਮਯਾਬ ਨਹੀਂ ਹੈ, ਤੂੰ ਤੇ ਫੇਲ ਹੈ, ਤੂੰ ਬੁਰੇ ਕਰਮ ਕਰਨ ਵਾਲਾ, ਤੂੰ ਬੁਰਾ ਹੈ, ਤੂੰ ਲੱਖ ਚੰਗਾ ਪਹਿਰਾਵਾ ਪਾ ਕੇ ਕਹੀ ਜਾਏ ਮੈਂ ਚੰਗਾ ਮੈਂ ਚੰਗਾ, ਪਰ ਪਹਿਰਾਵੇ ਨਾਲ ਤੂੰ ਚੰਗਾ ਨਹੀਂ ਹੋ ਸਕਦਾ, ਤੇਰੇ ਕਰਮ ਮਾੜੇ ਨੇ। ਜਦੋਂ ਤੁਸੀਂ ਉਹਦੀ ਬੁਰਾਈ ਉਦੋਂ ਦੱਸੋਗੇ ਨਾ ਉਹਦੇ ਮੁਖ ਤੇ ਕੀ ਹੋਏਗਾ? ਉਹਨੂੰ ਗੁੱਸਾ ਆ ਜਾਏਗਾ, ਉਹਨੂੰ ਕ੍ਰੋਧ ਆ ਜਾਏਗਾ ਵੀ ਇਹ ਮੇਰੀ ਬੁਰਾਈ ਕਿਉਂ ਕਰਦਾ ਹੈ। ਆਪ ਭਾਵੇਂ ਸਾਰੀ ਦਿਹਾੜੀ ਦੂਜਿਆਂ ਦੀ ਬੁਰਾਈ ਕਰੀ ਜਾਏ, ਸਾਰਾ ਦਿਨ ਦੂਜਿਆਂ ਦੀ ਬੁਰਾਈ ਕਰੀ ਜਾਏ, ਪਰ ਜਦੋਂ ਇਹਨੂੰ ਆਪਣੀ ਬੁਰਾਈ ਸੁਣਨੀ ਪੈ ਜਾਏ ਤੇ ਕ੍ਰੋਧ ਆ ਜਾਂਦਾ ਹੈ, ਗੁੱਸਾ ਆ ਜਾਂਦਾ ਵੀ ਮੇਰੀ ਬੁਰਾਈ ਇਹਨੇ ਕਿਵੇਂ ਕਰ ਦਿੱਤੀ। ਪਰ ਉਹਨੂੰ ਕੋਈ ਪੁੱਛੇ ਵੀ ਤੂੰ ਸਾਰੀ ਦਿਹਾੜੀ ਦੂਜਿਆਂ ਦੀ ਬੁਰਾਈ ਕਰੀ ਜਾਂਦਾ ਹੈ, ਕਦੇ ਕਿਸੇ ਦੀ ਕਦੇ ਕਿਸੇ ਦੀ ਕਦੇ ਕਿਸੇ ਦੀ, ਤੇ ਹੁਣ ਜਦੋਂ ਤੇਰੀ ਬੁਰਾਈ ਹੋਣ ਲੱਗੀ ਤੈਨੂੰ ਕ੍ਰੋਧ ਆ ਗਿਆ, ਤੈਨੂੰ ਗੁੱਸਾ ਆ ਗਿਆ। ਤੇ ਜੇ ਜਿਹਨੂੰ ਕ੍ਰੋਧ ਆਉਂਦਾ ਹੈ ਗੁੱਸਾ ਆਉਂਦਾ ਹੈ, ਧਿਆਨ ਰੱਖਿਓ ਸੜਦਾ ਵੀ ਉਹੀ ਹੈ, ਦੂਜੇ ਦਾ ਕੀ ਜਾਂਦਾ ਹੈ। ਜੇ ਕ੍ਰੋਧ ਆ ਗਿਆ ਗੁੱਸਾ ਆ ਗਿਆ ਤੇ ਕਿਸੇ ਦਾ ਕੀ ਜਾਣਾ ਹੈ? ਸੜ ਤੇ ਅਸੀਂ ਆਪ ਹੀ ਰਹੇ ਹਾਂ, ਕਿਉਂਕਿ ਕ੍ਰੋਧ ਦੀ ਅੱਗ ਸਾਨੂੰ ਹੀ ਸਾੜ ਰਹੀ ਹੈ, ਕਿਸੇ ਦਾ ਕੀ ਜਾਣਾ ਹੈ। ਤਾਂ ਹੀ ਆਖਿਆ ਸੀ ਇਹ ਕਾਮ ਔਰ ਕ੍ਰੋਧ ਜਿਹੜਾ ਇਹ ਤੁਹਾਨੂੰ ਗਾਲ ਕੇ ਰੱਖ ਦੇਗਾ। ਜਿੰਨਾ ਹੋ ਸਕੇ ਤੁਸੀਂ ਇਹਨਾਂ ਬੁਰਾਈਆਂ ਤੋਂ ਵੀ ਬਚੋ ਔਰ ਇਹਨਾਂ ਵਿਕਾਰਾਂ ਤੋਂ ਵੀ ਬਚੋ। ਤੇ ਗੁਰਬਾਣੀ ਸਾਨੂੰ ਇਹਨਾਂ ਵਿਕਾਰਾਂ ਤੋਂ ਬੁਰਾਈਆਂ ਤੋਂ ਬਚਾਉਣ ਵਾਸਤੇ ਹੀ ਹੈ। ਅਸੀਂ ਇਸੇ ਲਈ ਗੁਰਬਾਣੀ ਦਾ ਅਭਿਆਸ ਕਰਨਾ ਹੈ। ਸਿਰਫ ਬਾਹਰ ਦੇ ਕਾਰਜ ਰਾਸ ਨਹੀਂ ਸੀ, ਆਪਣੇ ਆਤਮਿਕ ਮੰਡਲ ਵਾਲਾ ਕਾਰਜ ਵੀ ਰਾਸ ਕਰਨਾ ਹੈ। ਅਸੀਂ ਅੰਦਰੋਂ ਵੀ ਸਫਲ ਹੋਣਾ ਹੈ ਗੁਰਬਾਣੀ ਦਾ ਆਸਰਾ ਲੈ ਕੇ। ਸਤਿਗੁਰੂ ਮਹਾਰਾਜ ਜੀ ਕਹਿੰਦੇ ਬੁਰਾ ਕਰੇ ਸੋ ਕੇਹਾ ਸਿਜਹਿ, ਆਪਣੇ ਰੋਹ ਆਪੇ ਹੀ ਦੱਜਹਿ। ਰੋਹ ਦਾ ਅਰਥ ਹੁੰਦਾ ਗੁੱਸਾ, ਬੜਾ ਰੋਹ ਵਿੱਚ ਆ ਗਿਆ, ਗੁੱਸੇ ਵਿੱਚ ਆ ਗਿਆ। ਹਾਹੇ ਨੂੰ ਸਿਹਾਰੀ ਹੈ, ਰੋਹ ਵਿੱਚ ਗੁੱਸੇ ਦੇ ਵਿੱਚ ਆਇਆ। ਆਪੇ ਹੀ ਦੱਜਹਿ, ਦੱਜਹਿ ਦਾ ਅਰਥ ਹੁੰਦਾ ਸੜਨਾ, ਕਿਉਂਕਿ ਕ੍ਰੋਧ ਇੱਕ ਅੱਗ ਹੈ, ਗੁੱਸਾ ਇੱਕ ਅੱਗ ਹੈ। ਹੁਣ ਇਹ ਅੱਗ ਸਾਡੇ ਅੰਦਰ ਜਦੋਂ ਬਲੇਗੀ ਤੇ ਕਿਹਨੂੰ ਸਾੜੇਗੀ? ਸਾਨੂੰ ਹੀ ਸਾੜੇਗੀ। ਹੁਣ ਅੱਗ ਜਿੱਥੇ ਬਲਦੀ ਪਈ ਹੈ ਉੱਥੇ ਉਹਨੂੰ ਜਿਹੜੀ ਚੀਜ਼ ਉਹਦੇ ਨਾਲ ਜੁੜੀ ਹੈ ਉਹਨੂੰ ਹੀ ਉਹ ਸਾੜੇਗੀ, ਦੂਜੇ ਨੂੰ ਨਹੀਂ। ਹੁਣ ਸਾਡੇ ਅੰਦਰ ਗੁੱਸਾ ਹੈ, ਕ੍ਰੋਧ ਹੈ, ਤੇ ਮਾਫ ਕਰਨਾ ਅਸੀਂ ਕ੍ਰੋਧ ਨੂੰ ਵੀ ਚੰਗਿਆਈ ਵਿੱਚ ਹੀ ਪੇਸ਼ ਕਰਦੇ ਹਾਂ, ਵੀ ਬੜਾ ਮਾਣ ਰੱਖ ਕਰਦੇ ਹਾਂ, ਜਿਵੇਂ ਪਤਾ ਨਹੀਂ ਕਿੰਨਾ ਚੰਗਾ ਗੁਣ ਹੋਵੇ। ਕਈ ਬੜੇ ਮਾਣ ਨਾਲ ਕਹਿੰਦੇ ਆ ਜੀ ਸਾਨੂੰ ਗੁੱਸਾ ਬੜਾ ਆਉਂਦਾ ਹੈ, ਸਾਨੂੰ ਬੜਾ ਗੁੱਸਾ ਆਉਂਦਾ ਹੈ। ਤੇ ਜਦੋਂ ਸਾਨੂੰ ਗੁੱਸਾ ਆਉਂਦਾ ਹੈ ਤੇ ਅਸੀਂ ਕਿਸੇ ਦੀ ਨਹੀਂ ਸੁਣਦੇ, ਬੜੇ ਮਾਣ ਨਾਲ ਕਹਿੰਦੇ ਆ ਜਿਵੇਂ ਪਤਾ ਨਹੀਂ ਕਿੰਨਾ ਚੰਗਾ ਗੁਣ ਹੁੰਦਾ ਹੈ। ਇਹ ਚੰਗਾ ਗੁਣ ਨਹੀਂ ਹੈ, ਇਹ ਤੇ ਤੁਹਾਨੂੰ ਅੰਦਰੋਂ ਸਾੜ ਰਿਹਾ ਹੈ। ਤੁਸੀਂ ਇਸ ਕ੍ਰੋਧ ਦੀ ਅੱਗ ਦੇ ਵਿੱਚ ਤੁਸੀਂ ਆਪ ਹੀ ਸੜ ਰਹੇ ਹੋ, ਪਰ ਨਹੀਂ ਸਮਝ, ਤੁਸੀਂ ਮਾਣ ਕਰਕੇ ਕਹਿੰਦੇ ਹੋ ਜੀ ਮੈਨੂੰ ਤੇ ਬੜਾ ਗੁੱਸਾ ਆਉਂਦਾ। ਕੋਈ ਚੰਗੀ ਗੱਲ ਹੈ? ਇਹ ਤੇ ਮਾੜੀ ਗੱਲ ਹੈ ਗੁੱਸਾ ਆਉਣਾ, ਕਿਉਂਕਿ ਕ੍ਰੋਧ ਜਿਹੜਾ ਹੈ ਇਹ ਵਿਨਾਸ਼ਕਾਰੀ ਹੈ, ਇਹ ਪਤਾ ਨਹੀਂ ਕਿੰਨਾ ਕੁਝ ਵਿਨਾਸ਼ ਕਰ ਦਿੰਦਾ ਹੈ। ਜਦੋਂ ਕ੍ਰੋਧ ਬੰਦੇ ਦੇ ਅੰਦਰ ਆ ਜਾਏ ਉਦੋਂ ਵੱਡੇ ਛੋਟੇ ਦਾ ਮਾਣ ਸਨਮਾਨ ਕਿੱਥੇ ਰਹਿ ਜਾਂਦਾ ਹੈ।
ਕ੍ਰੋਧ ਵਿੱਚ ਕੋਈ ਮਿੱਠਾ ਬੋਲਦਾ ਸੁਣਿਆ ਕਦੀ? ਕਿਸੇ ਨੂੰ ਕ੍ਰੋਧ ਆਇਆ ਹੋਵੇ, ਗੁੱਸੇ ਨਾਲ ਭਰਿਆ, ਤੇ ਕਦੀ ਉਹਦੀ ਜ਼ੁਬਾਨ ਤੇ ਮਿਠਾਸ ਵਾਲੇ ਬੋਲ ਸੁਣੇ ਆ ਕਦੀ? ਕੁੜੱਤਣ ਵਾਲੇ ਬੋਲ ਸੁਣਾਂਗੇ, ਔਰ ਐਸੇ ਐਸੇ ਬੋਲ ਕਿ ਬੰਦੇ ਨੂੰ ਵੀ ਕੰਨਾਂ ਤੇ ਹੱਥ ਰੱਖਣਾ ਪੈ ਜਾਂਦਾ ਵੀ ਮੈਂ ਨਹੀਂ ਸੁਣ ਸਕਦਾ। ਇਸ ਲਈ ਕਹਿ ਰਹੇ ਨੇ, ਕਹਿੰਦੇ ਬੁਰਾ ਕਰਨ ਵਾਲਾ ਕਦੇ ਕਾਮਯਾਬ ਨਹੀਂ ਹੋ ਸਕਦਾ। ਜਦੋਂ ਉਹਨੂੰ ਤੁਸੀਂ ਉਹਦੀ ਬੁਰਿਆਈ ਦੱਸੋਗੇ, ਉਹਨੂੰ ਕ੍ਰੋਧ ਆ ਜਾਏਗਾ, ਰੋਹ ਵਿੱਚ ਆ ਜਾਏਗਾ, ਉਹ ਗੁੱਸੇ ਵਿੱਚ ਆ ਜਾਏਗਾ, ਤੇ ਗੁੱਸੇ ਵਿੱਚ ਆਇਆ ਹੋਇਆ ਆਪੇ ਹੀ ਦੱਜ ਹੈ, ਆਪ ਹੀ ਸੜਦਾ ਰਹਿੰਦਾ ਅੰਦਰੋਂ, ਆਪ ਹੀ ਅੰਦਰੋਂ ਦੁਖੀ ਹੁੰਦਾ ਰਹਿੰਦਾ, ਆਪ ਹੀ ਅੰਦਰੋਂ ਪਰੇਸ਼ਾਨ ਹੁੰਦਾ ਰਹਿੰਦਾ। ਤੇ ਫਿਰ ਤਾਂ ਹੀ ਆਖਿਆ ਸੀ ਵੀ ਤੂੰ ਇਹ ਗੁੱਸੇ ਦਾ ਰੋਗ ਆਪਣੇ ਪੱਲੇ ਪਾਈ ਨਾ, ਤੂੰ ਤੇ ਸਗੋਂ ਦੂਜਿਆਂ ਦੇ ਬੁਰਿਆਂ ਦਾ ਵੀ ਤੂੰ ਬੁਰਿਆਈ ਵੇਖ ਕੇ ਭਲਾ ਕਰਨ ਦੀ ਹੀ ਭਾਵਨਾ ਬਣਾ। ਗੁੱਸਾ ਮਨ ਨਾ ਹੰਡਾਏ, ਤੂੰ ਗੁੱਸੇ ਨੂੰ ਮਨ ਵਿੱਚ ਨਾ ਹੰਡਾ, ਇਹਦੇ ਨਾਲ ਤੇਰਾ ਹੀ ਵਿਨਾਸ਼ ਹੋਣਾ ਹੈ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ। ਆ ਗੁੱਸਾ ਇੱਕ ਰੋਗ ਹੈ, ਇੱਕ ਬਿਮਾਰੀ ਹੈ, ਜਿਹੜੀ ਤੇਰੀ ਦੇਹੀ ਅੰਦਰ ਲੱਗ ਗਈ ਤੇ ਫਿਰ ਤੈਨੂੰ ਹੀ ਸਾੜ ਕੇ ਸੁਆਹ ਕਰ ਦੇਗੀ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਸਾਨੂੰ ਬੁਰਿਆਈ ਵਾਲੇ ਕਰਮ ਕਰਨ ਤੋਂ ਰੋਕਦਿਆਂ, ਔਰ ਜਿਹੜੇ ਬੁਰੇ ਕਰਮ ਕਰ ਰਹੇ ਨੇ ਉਹਨਾਂ ਨੂੰ ਸਮਝਾਉਂਦਿਆਂ ਕਹਿ ਰਹੇ ਨੇ ਵੀ ਬੁਰਿਆਈ ਛੱਡ ਦਿਓ। ਬੁਰੇ ਕਰਮ ਕਰਨ ਵਾਲਾ ਕਦੇ ਵੀ ਕਾਮਯਾਬ ਨਹੀਂ ਹੋਇਆ, ਕਦੇ ਵੀ ਸਫਲ ਨਹੀਂ ਹੋਇਆ, ਕਦੇ ਵੀ ਉਹਨੂੰ ਮਨ ਦਾ ਸਕੂਨ ਨਹੀਂ ਮਿਲਿਆ, ਕਦੇ ਵੀ ਉਹ ਆਰਾਮ ਦੀ ਨੀਂਦ ਨਹੀਂ ਸੌਂ ਸਕਦਾ, ਕਦੇ ਵੀ ਉਹਦੇ ਮਨ ਨੂੰ ਟਿਕਾ ਨਹੀਂ ਆਏਗਾ। ਹਰ ਵੇਲੇ ਪਰੇਸ਼ਾਨ, ਹਰ ਵੇਲੇ ਦੁਖੀ, ਹਰ ਵੇਲੇ ਚਿੰਤਤ, ਅੰਦਰੋਂ ਹੀ ਅੰਦਰ ਸੜਦਾ ਰਹਿੰਦਾ ਹੈ, ਅੰਦਰੋਂ ਹੀ ਅੰਦਰ ਝੂਰਦਾ ਰਹਿੰਦਾ ਹੈ, ਅੰਦਰੋਂ ਹੀ ਅੰਦਰ ਜਿਹੜਾ ਉਹ ਪਰੇਸ਼ਾਨ ਹੁੰਦਾ ਰਹਿੰਦਾ ਹੈ। ਇਸ ਲਈ ਸਾਹਿਬ ਜੀ ਕਹਿੰਦੇ ਬੁਰਾ ਕਰਮ ਤਾਂ ਦੂਰ ਦੀ ਗੱਲ, ਅਸੀਂ ਬੁਰਿਆਈ ਵਾਲੇ ਖਿਆਲ ਵੀ ਆਪਣੇ ਮਨ ਵਿੱਚ ਨਾ ਲਿਆਈਏ, ਕਿਉਂਕਿ ਕਾਮਯਾਬ ਨਹੀਂ ਹੋ ਸਕਾਂਗੇ ਔਰ ਇਸ ਕ੍ਰੋਧ ਦੀ ਅੱਗ ਵਿੱਚ ਆਪ ਹੀ ਸੜਦੇ ਰਵਾਂਗੇ। ਮਨ ਮੁਖ ਕਮਲਾ ਰਗੜੈ ਲੁਜੈ। ਹੁਣ ਬੁਰਾ ਕਰਮ ਕੌਣ ਕਰਦਾ ਹੈ? ਮਨਮੁਖ। ਕਿਉਂਕਿ ਗੁਰਮੁਖ ਨੂੰ ਤਾਂ ਸਿਖਾਇਆ ਵੀ ਤੂੰ ਬੁਰੇ ਦਾ ਭਲਾ ਕਰਨਾ ਹੈ, ਗੁਰਮੁਖ ਨੂੰ ਤਾਂ ਸਿਖਾਇਆ ਹੈ ਕਿ ਤੂੰ ਸਰਬੱਤ ਦਾ ਭਲਾ ਮੰਗਣਾ ਹੈ, ਤੂੰ ਕਦੇ ਕਿਸੇ ਦਾ ਮਾੜਾ ਮੰਗਣਾ ਹੀ ਨਹੀਂ, ਤੂੰ ਕਦੇ ਕਿਸੇ ਦਾ ਬੁਰਾ ਸੋਚਣਾ ਵੀ ਨਹੀਂ ਹੈ ਤੇ ਬੁਰਾ ਮੰਗਣਾ ਵੀ ਨਹੀਂ ਤੇ ਬੁਰਾ ਕਰਨਾ ਵੀ ਨਹੀਂ ਹੈ, ਤੂੰ ਤਾਂ ਸਰਬੱਤ ਦਾ ਭਲਾ ਹੀ ਮੰਗਣਾ ਹੈ। ਗੁਰਮੁਖ ਨੂੰ ਤੇ ਇਹ ਸਿਖਾਇਆ, ਪਰ ਮਨਮੁਖ ਨੂੰ ਇਹ ਗੱਲ ਸਮਝ ਨਹੀਂ ਆਉਂਦੀ। ਇਸ ਲਈ ਮਨਮੁਖ ਕੀ ਹੈ? ਜਿਹੜਾ ਸੰਸਾਰ ਵੱਲ, ਵਿਕਾਰਾਂ ਵੱਲ ਮੁਖ ਕਰਕੇ ਚੱਲਦਾ ਹੈ, ਉਹ ਕਮਲਾ ਹੈ। ਕਿਉਂਕਿ ਜਿਹਨੇ ਨਾਮ ਦਾ ਅਭਿਆਸ ਨਹੀਂ ਕੀਤਾ, ਬਿਨ ਨਾਮੇ ਜਗ ਕਮਲਾ ਫਿਰੈ, ਉਤੇ ਕਮਲਾ ਹੈ। ਕਮਲੇ ਦਾ ਅਰਥ ਸਮਝਦੇ ਆ ਜਿਵੇਂ ਕੋਈ ਝੱਲਾ ਹੋਇਆ ਫਿਰਦਾ ਹੈ, ਕੋਈ ਬਾਬਰਾ ਹੋਇਆ ਫਿਰਦਾ ਹੈ, ਆਪਣੀ ਸੁੱਧ ਬੁੱਧ ਗਵਾ ਕੇ ਤੁਰਿਆ ਫਿਰਦਾ ਹੈ। ਸਾਹਿਬ ਜੀ ਕਹਿੰਦੇ ਜਿਹੜੇ ਮਨਮੁਖ ਹੁੰਦੇ ਨੇ ਇਹ ਵੀ ਕਮਲੇ ਨੇ, ਬਾਬਰੇ ਨੇ, ਝੱਲੇ ਨੇ, ਝੱਲਪੁਣਾ ਖਿਲਾਰਦੇ ਨੇ, ਔਰ ਰਗੜੈ ਲੁੱਝ ਹੈ। ਬਸ ਹਰ ਵੇਲੇ ਇਹਨਾਂ ਦੇ ਪੱਲੇ ਝਗੜਾ ਹੀ ਰਹਿੰਦਾ ਹੈ, ਹਰ ਵੇਲੇ ਬਸ ਇਹ ਲੜਨਾ, ਹਰ ਵੇਲੇ ਦੁਖੀ ਪਰੇਸ਼ਾਨ ਹੋਣਾ, ਬਸ ਇਹੀ ਇਹਨਾਂ ਦੇ ਪੱਲੇ ਹੈ, ਹੋਰ ਕੁਝ ਵੀ ਨਹੀਂ। ਸਤਿਗੁਰੂ ਮਹਾਰਾਜ ਸਮਝਾਉਂਦੇ ਨੇ ਕਿ ਮਨਮੁਖ ਦੇ ਪੱਲੇ ਸਿਰਫ ਝਗੜਾ ਹੀ ਹੁੰਦਾ, ਹੋਰ ਕੁਝ ਨਹੀਂ ਹੁੰਦਾ। ਆਪਣੇ ਅੰਦਰ ਵੀ ਇਹ ਹਰ ਵੇਲੇ ਕਲਾ ਕਲੇਸ਼ ਨਾਲ ਭਰਿਆ, ਤੇ ਬਾਹਰ ਦੇ ਜੀਵਨ ਵਿੱਚ ਵੀ ਇਹਦੇ ਕਲੇਸ਼ ਹੀ ਕਲੇਸ਼ ਹੁੰਦਾ ਹੈ। ਨਾ ਬਾਹਰੋਂ ਇਹਨੂੰ ਕਿਤੇ ਸਕੂਨ ਮਿਲਦਾ, ਨਾ ਅੰਦਰੋਂ ਕਿਤੇ ਸਕੂਨ ਮਿਲਦਾ। ਤਾਂ ਹੀ ਆਖਿਆ ਸੀ ਕਿ ਜਿਹੜੇ ਗੁਰਮੁਖ ਪਿਆਰੇ ਨੇ, ਜਿਹੜੇ ਗੁਰੂ ਚਰਨਾਂ ਵਿੱਚ ਜੁੜਨ ਵਾਲੇ ਨੇ, ਉਹਨਾਂ ਨੂੰ ਬਾਹਰੋਂ ਵੀ ਸੁੱਖ ਦੀ ਪ੍ਰਾਪਤੀ ਹੁੰਦੀ ਹੈ ਔਰ ਉਹਨਾਂ ਨੂੰ ਅੰਦਰੋਂ ਵੀ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਕਿਉਂ? ਕਿਉਂਕਿ ਉਹ ਬਾਹਰੋਂ ਕਿਸੇ ਦਾ ਬੁਰਾ ਕਰਦੇ ਨਹੀਂ ਤੇ ਅੰਦਰ ਮਨ ਵਿੱਚ ਕਿਸੇ ਦੇ ਬੁਰੇ ਦੀ ਵਿਚਾਰ ਰੱਖਦੇ ਨਹੀਂ। ਤਾਂ ਹੀ ਤੇ ਘਰ ਸੁਖ ਵਸਿਆ, ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਆ ਮੰਤਰ ਉਪਦੇਸ਼ ਹੈ ਕਿ ਤੂੰ ਨਾ ਬੁਰਾ ਸੋਚਣਾ ਹੈ ਤੇ ਨਾ ਕਿਸੇ ਦਾ ਬੁਰਾ ਕਰਨਾ ਹੈ, ਤੇ ਉਹ ਘਰ ਸੁਖ ਵਸਿਆ, ਬਾਹਰ ਸੁਖ ਪਾਇਆ। ਉਹਨੇ ਘਰ ਦੇ ਅੰਦਰ ਵੀ ਸੁਖ ਪਾ ਲਿਆ ਤੇ ਘਰ ਦੇ ਬਾਹਰ ਵੀ ਪਾ ਲਿਆ। ਤੇ ਜਿਹੜਾ ਮਨਮੁਖ ਹੈ ਉਹ ਨਾ ਘਰ ਦੇ ਅੰਦਰ ਸੁਖੀ ਹੈ ਤੇ ਨਾ ਘਰ ਦੇ ਬਾਹਰ ਸੁਖੀ ਹੈ।
ਉਹ ਅੰਦਰੋਂ ਵੀ ਦੁਖੀ ਤੇ ਬਾਹਰੋਂ ਵੀ ਦੁਖੀ, ਅੰਦਰੋਂ ਵੀ ਪਰੇਸ਼ਾਨ ਤੇ ਬਾਹਰੋਂ ਵੀ, ਅੰਦਰ ਵੀ ਉਹਦੇ ਕਲੇਸ਼ ਤੇ ਬਾਹਰ ਵੀ ਉਹਦੇ ਕਲੇਸ਼। ਇਸ ਲਈ ਕਹਿੰਦੇ ਉਹ ਮਨਮੁਖ ਜਿਹੜਾ ਹੁੰਦਾ ਹੈ ਉਹ ਬਸ ਕਲੇਸ਼ ਦੁੱਖ ਨਾਲ ਹੀ ਭਰਿਆ ਆਪਣੇ ਆਪੇ ਦੇ ਵਿੱਚ ਹੀ ਜੂਝਦਾ ਰਹਿੰਦਾ ਹੈ, ਬਸ ਪਰੇਸ਼ਾਨੀਆਂ ਵਿੱਚੋਂ ਕਦੇ ਵੀ ਉਹ ਨਿਕਲ ਨਹੀਂ ਪਾਉਂਦਾ। ਗੁਰਮੁਖ ਹੋਏ ਤਿਸ ਸਭ ਕਿਛ ਸੁਝੈ। ਇਹ ਤਾਂ ਸੀ ਮਨਮੁਖ ਦੀ ਹਾਲਤ। ਗੁਰਬਾਣੀ ਵਿੱਚ ਦੋ ਹੀ ਗੱਲਾਂ ਨੇ, ਇੱਕ ਸੱਚ ਦੇ ਮਾਰਗ ਤੇ ਤੁਰਨ ਵਾਲੇ ਨੂੰ ਕੀ ਮਿਲਦਾ ਹੈ ਤੇ ਝੂਠ ਦੇ ਰਸਤੇ ਚੱਲਣ ਵਾਲੇ ਨੂੰ ਕੀ ਮਿਲਦਾ ਹੈ। ਮਨਮੁਖ ਦੀ ਅਵਸਥਾ ਕੀ ਹੈ ਤੇ ਗੁਰਮੁਖ ਦੀ ਕੀ ਹੈ, ਇਹ ਦੋ ਹੀ ਵਿਚਾਰਧਾਰਾ ਨੂੰ ਲੈ ਕੇ ਆਪਾਂ ਚੱਲਣਾ ਹੈ। ਸਤਿਗੁਰੂ ਗੁਰੂ ਅਮਰਦਾਸ ਜੀ ਨੇ ਮਨਮੁਖ ਦੀ ਗੱਲ ਕੀਤੀ ਕਿ ਬੁਰੇ ਕਰਮ ਕਰਨ ਵਾਲਾ ਕਦੇ ਕਾਮਯਾਬ ਨਹੀਂ ਹੁੰਦਾ, ਸਗੋਂ ਆਪਣੇ ਕ੍ਰੋਧ ਦੀ ਅੱਗ ਵਿੱਚ ਆਪ ਹੀ ਸੜਦਾ ਰਹਿੰਦਾ ਹੈ ਤੇ ਨਾਮ ਦੇ ਆਸਰੇ ਤੋਂ ਬਿਨਾਂ ਕਮਲਾ ਹੋਇਆ ਬਸ ਹਰ ਇੱਕ ਦੇ ਨਾਲ ਝਗੜਾ ਹੀ ਕਰਦਾ ਫਿਰਦਾ ਹੈ। ਹਰ ਇੱਕ ਥਾਂ ਤੇ ਝਗੜਾ ਕਲੇਸ਼ ਹੀ ਇਹਦੇ ਜੀਵਨ ਵਿੱਚ ਬਣਿਆ ਰਹਿੰਦਾ ਹੈ। ਗੁਰਮੁਖ ਹੋਏ ਤਿਸ ਸਭ ਕਿਛ ਸੁਝੈ। ਪਰ ਜੇ ਕੋਈ ਗੁਰਮੁਖ ਬਣ ਜਾਏ, ਜੇ ਕੋਈ ਆਪਣੀ ਮੱਤ ਛੱਡ ਕੇ ਗੁਰੂ ਦੀ ਮੱਤ ਲੈ ਲਵੇ, ਜੇ ਕੋਈ ਆਪਣੀ ਮਨ ਮਰਜ਼ੀ ਛੱਡ ਕੇ ਗੁਰੂ ਦੇ ਹੁਕਮ ਅਨੁਸਾਰ ਚੱਲੇ, ਉਹਨੂੰ ਸਾਰੀ ਗੱਲਾਂ ਦੀ ਸੋਝੀ ਆ ਜਾਂਦੀ ਹੈ, ਉਹਨੂੰ ਗਿਆਨ ਹੋ ਜਾਂਦਾ ਹੈ, ਉਹਨੂੰ ਸਮਝ ਆ ਜਾਂਦੀ ਹੈ ਵੀ ਕੀ ਮਾੜਾ ਹੈ ਤੇ ਕੀ ਚੰਗਾ ਹੈ। ਉਹ ਕਦੇ ਵੀ ਫਿਰ ਇਹ ਵਿਕਾਰਾਂ ਵਾਲੇ ਪਾਸੇ ਨੂੰ ਨਹੀਂ ਜਾਂਦਾ, ਉਹਦੇ ਅੰਦਰ ਕਦੇ ਕ੍ਰੋਧ ਨਹੀਂ ਹੁੰਦਾ, ਉਹ ਕਦੇ ਉਹਦੇ ਅੰਦਰ ਹੰਕਾਰ ਨਹੀਂ ਆਉਂਦਾ, ਕਿਉਂਕਿ ਗੁਰਮੁਖ ਨੂੰ ਸੋਝੀ ਆ ਗਈ ਕਿ ਇਹ ਵਿਕਾਰ ਜਿਹੜੇ ਨੇ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਮਾੜੇ ਨੇ, ਇਹ ਰੁਕਾਵਟ ਹੈ, ਮੈਨੂੰ ਕਾਮਯਾਬ ਨਹੀਂ ਹੋਣ ਦੇਣਗੇ। ਜਦੋਂ ਤੁਹਾਨੂੰ ਬਾਹਰੋਂ ਤੁਸੀਂ ਕਿਸੇ ਕਾਮਯਾਬੀ ਨੂੰ ਛੂਹਣਾ ਚਾਹੁੰਦੇ ਹੋ, ਤੁਸੀਂ ਕਿਸੇ ਵੀ ਕੰਮ ਵਿੱਚ ਕਾਮਯਾਬ ਹੋਣਾ ਚਾਹੁੰਦੇ ਹੋ, ਤੇ ਤੁਸੀਂ ਇਹੀ ਸੋਚਦੇ ਹੋ ਨਾ ਕੋਈ ਰੁਕਾਵਟ ਨਾ ਪਵੇ, ਕੋਈ ਵਿਘਨ ਨਾ ਪਵੇ। ਤੇ ਜੇ ਕੋਈ ਰੁਕਾਵਟ ਵਿਘਨ ਤੁਹਾਨੂੰ ਨਜ਼ਰ ਆਉਂਦੀ ਹੈ, ਤੁਸੀਂ ਕੀ ਕਰੋਗੇ? ਤੁਸੀਂ ਉਹਨੂੰ ਦੂਰ ਕਰਨ ਦਾ ਯਤਨ ਕਰੋਗੇ ਜਾਂ ਆਪਣਾ ਰਸਤਾ ਬਦਲ ਦਿਓਗੇ ਵੀ ਜਿਸ ਰਸਤੇ ਕੋਈ ਵਿਘਨ ਪਵੇ, ਰੁਕਾਵਟ ਆਵੇ, ਮੈਂ ਉਹ ਰਾਹ ਜਾਣਾ ਹੀ ਨਹੀਂ, ਕਿਉਂਕਿ ਮੈਂ ਕਾਮਯਾਬ ਹੋਣਾ ਹੈ। ਇਸੇ ਤਰ੍ਹਾਂ ਜਦੋਂ ਗੁਰਮੁਖ ਨੂੰ ਸਮਝ ਆ ਜਾਂਦੀ ਹੈ ਕਿ ਮੈਂ ਗੁਰਮੁਖ ਜਨਮ ਸਵਾਰ ਦਰਗਹ ਜਾਣਾ, ਮੈਂ ਆਹ ਕਾਮਯਾਬੀ ਹਾਸਲ ਕਰਨੀ ਹੈ, ਉਹ ਫਿਰ ਕਦੇ ਮਾੜੇ ਪਾਸੇ ਨਹੀਂ ਜਾਂਦਾ, ਕਦੇ ਉਹ ਵਿਕਾਰਾਂ ਵਾਲੇ ਪਾਸੇ ਨਹੀਂ ਜਾਂਦਾ, ਕਦੇ ਕਿਸੇ ਦਾ ਬੁਰਾ ਉਹ ਕਰਦਾ ਹੀ ਨਹੀਂ, ਉਹ ਤੇ ਬੁਰੇ ਦਾ ਵੀ ਭਲਾ ਹੀ ਕਰਦਾ ਹੈ। ਇਸ ਲਈ ਕਹਿ ਰਹੇ ਨੇ ਜਿਹੜਾ ਗੁਰਮੁਖ ਹੈ, ਗੁਰੂ ਦੇ ਦੁਆਰਾ ਜਿਹਨੂੰ ਸਮਝ ਆ ਗਈ, ਉਹਨੂੰ ਸਾਰੀ ਸੋਝੀ ਹੋ ਜਾਂਦੀ ਹੈ, ਉਹ ਕਦੇ ਕਿਸੇ ਨਾਲ ਝਗੜਦਾ ਨਹੀਂ, ਉਹ ਦੂਜਿਆਂ ਨਾਲ ਨਹੀਂ ਝਗੜਦਾ, ਉਹ ਦੂਜਿਆਂ ਨਾਲ ਮਾੜੀ ਮਾੜੀ ਗੱਲ ਦੇ ਉੱਤੇ ਐਵੇਂ ਝਗੜਾ ਨਹੀਂ ਕਰ ਦਿੰਦਾ, ਮਾੜੀ ਮਾੜੀ ਗੱਲ ਤੇ ਕਲੇਸ਼ ਨਹੀਂ ਪਾ ਲੈਂਦਾ। ਕਈ ਵਾਰ ਗੱਲ ਬੜੀ ਛੋਟੀ ਜਿਹੀ ਮਾਮੂਲੀ ਗੱਲ ਹੁੰਦੀ ਹੈ, ਪਰ ਅਸੀਂ ਝਗੜਾ ਕਰਕੇ ਉਹਨੂੰ ਬਹੁਤ ਵੱਡੀ ਬਣਾ ਦਿੰਦੇ ਹਾਂ। ਮਾੜੀ ਜੀ ਗੱਲ ਦੋ ਲਫ਼ਜ਼ਾਂ ਵਿੱਚ ਸੁਲਝਾਈ ਜਾ ਸਕਦੀ ਹੈ, ਪਰ ਨਹੀਂ, ਅਸੀਂ ਮਾੜੀ ਜੀ ਗੱਲ ਨੂੰ ਵੀ ਇੰਨਾ ਵਧਾ ਦਿੱਤਾ, ਹੁਣ ਕੋਰਟ ਕਚਹਿਰੀਆਂ ਵਿੱਚ ਵੀ ਜਾ ਕੇ ਗੱਲ ਨਹੀਂ ਨਿਬੜਦੀ। ਜਿਹੜੀ ਦੋ ਬੋਲ ਕੇ ਗੱਲ ਨਿਬੇੜੀ ਜਾ ਸਕਦੀ ਸੀ, ਉਹਨੂੰ ਕ੍ਰੋਧ ਵਿੱਚ ਆ ਕੇ ਇੰਨਾ ਬੜਾਵਾ ਦੇ ਦਿੱਤਾ, ਇੰਨਾ ਕਲੇਸ਼ ਵਧਾ ਲਿਆ, ਹੁਣ ਕੋਰਟ ਕਚਹਿਰੀਆਂ ਦੇ ਚੱਕਰ ਲਾ ਕੇ ਵੀ ਉਹ ਗੱਲ ਨਹੀਂ ਨਿਬੜਦੀ ਪਈ। ਗੁਰਮੁਖ ਨੂੰ ਇਹ ਗੱਲ ਸਮਝ ਵਿੱਚ ਆ ਗਈ, ਉਹ ਬਿਲਕੁਲ ਉਹਨੂੰ ਸਮਝ ਆਈ, ਇਸ ਲਈ ਉਹ ਆਪਣੇ ਨਾਲ ਝਗੜਾ ਕਰਦਾ ਹੈ, ਉਹ ਦੂਜਿਆਂ ਨਾਲ ਨਹੀਂ ਝਗੜਾ ਕਰਦਾ, ਉਹ ਬਾਹਰ ਨਹੀਂ ਐਵੇਂ ਮਾੜੀ ਮਾੜੀ ਗੱਲ ਤੇ ਝਗੜਾ ਕਰਦਾ, ਕਲੇਸ਼ ਕਰਦਾ, ਕਿ ਉਹਨੂੰ ਸਮਝ ਆ ਜਾਂਦੀ ਹੈ। ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਆਖ ਰਹੇ ਨੇ, ਸਾਹਿਬ ਕਹਿੰਦੇ ਗੁਰਮੁਖ ਗੁਰੂ ਦੇ ਦੁਆਰਾ, ਗੁਰੂ ਦੇ ਰਾਹੀਂ ਜਿਹੜਾ ਗੁਰਮੁਖ ਬਣ ਗਿਆ, ਗੁਰਮੁਖ ਹੋਏ ਤਿਸ ਸਭ ਕਿਛ ਸੂਝੈ, ਹਰ ਪ੍ਰਕਾਰ ਤੋਂ ਉਹਨੂੰ ਸਮਝ ਆ ਜਾਂਦੀ ਹੈ। ਨਾਨਕ ਗੁਰਮੁਖ ਮਨ ਸਿਉ ਲੁਝੈ। ਹੁਣ ਗੁਰਮੁਖ ਤੇ ਮਨਮੁਖ ਦੀ ਸਮਝ ਆ ਗਈ। ਮਨਮੁਖ ਦੂਜਿਆਂ ਨਾਲ ਲੜਦਾ ਹੈ, ਮਨਮੁਖ ਦੂਜਿਆਂ ਨਾਲ ਝਗੜਾ ਕਰਦਾ ਹੈ, ਮਨਮੁਖ ਦੇ ਅੰਦਰ ਬੁਰੀਆਈ ਹੁੰਦੀ ਹੈ, ਮਨਮੁਖ ਦੇ ਅੰਦਰ ਕ੍ਰੋਧ ਦੀ ਅੱਗ ਬਲਦੀ ਹੈ, ਇਸ ਲਈ ਇਹ ਦੂਜਿਆਂ ਨਾਲ ਝਗੜਾ, ਦੂਜਿਆਂ ਨਾਲ ਕਲੇਸ਼ ਕਰਦਾ ਹੈ।
ਇਹ ਤੇ ਜਿਹੜਾ ਕੋਈ ਚੰਗਾ ਵੀ ਸੋਚੇ, ਚੰਗਾ ਵੀ ਕਰਮ ਕਰੇ, ਉਹਦੇ ਨਾਲ ਵੀ ਲੜ ਪੈਂਦਾ ਹੈ। ਚਲੋ ਮਾੜਾ ਬੰਦਾ ਮਾੜੇ ਨਾਲ ਲੜਦਾ ਤੇ ਸਮਝ ਆਉਂਦੀ ਹੈ, ਮਾੜਾ ਬੰਦਾ ਚੰਗਿਆਂ ਨਾਲ ਵੀ ਲੜੀ ਜਾਂਦਾ ਹੈ, ਚੰਗਿਆਂ ਨਾਲ ਵੀ ਝਗੜੀ ਜਾਂਦਾ ਹੈ, ਚੰਗੀ ਸੋਚ ਰੱਖਣ ਵਾਲਿਆਂ ਨਾਲ ਵੀ ਕਲੇਸ਼ ਪਾ ਕੇ ਬੈਠਾ ਹੋਇਆ ਹੈ। ਮਨਮੁਖ ਆਪਣੇ ਆਪ ਨਾਲ ਨਹੀਂ ਲੜਦਾ ਕਿ ਗਲਤੀਆਂ ਮੇਰੀਆਂ ਨੇ, ਕਮੀਆਂ ਮੇਰੀਆਂ ਨੇ, ਅਵਗਣ ਮੇਰੇ ਅੰਦਰ ਨੇ, ਬੁਰਾਈਆਂ ਮੇਰੇ ਅੰਦਰ ਨੇ। ਮਨਮੁਖ ਆਪਣੇ ਨਾਲ ਨਹੀਂ ਲੜਦਾ, ਮਨਮੁਖ ਹਮੇਸ਼ਾ ਦੂਜਿਆਂ ਨਾਲ ਹੀ ਲੜਦਾ ਹੈ। ਉਹ ਦੂਜਿਆਂ ਨਾਲ ਹੀ ਕਲੇਸ਼ ਪਾ ਕੇ ਬੈਠਾ ਰਹਿੰਦਾ ਹੈ। ਪਰ ਜਿਹੜਾ ਗੁਰਮੁਖ ਹੁੰਦਾ ਨਾ, ਇਹ ਕਿਸੇ ਨਾਲ ਨਹੀਂ ਝਗੜਦਾ, ਇਹ ਆਪਣੇ ਮਨ ਨਾਲ ਝਗੜਦਾ ਹੈ। ਇਹ ਆਪਣੇ ਮਨ ਨਾਲ ਹਰ ਵੇਲੇ ਲੂਝਦਾ ਰਹਿੰਦਾ ਹੈ। ਮਨਾ ਵੇਖੀ ਕਿਤੇ ਗੁਰਮਤ ਤੋਂ ਮਨਮਤ ਵਾਲੇ ਪਾਸੇ ਨਾ ਚਲਾ ਜਾਈਂ। ਗੁਰਮੁਖ ਹਰ ਵੇਲੇ ਆਪਣੇ ਮਨ ਨੂੰ ਝੰਜੋਰਦਾ ਰਹਿੰਦਾ ਹੈ, ਮਨ ਨਾਲ ਝਗੜਾ ਕਰਦਾ ਰਹਿੰਦਾ ਹੈ। ਮਨਾ ਕਿਤੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵਾਲੇ ਪਾਸੇ ਨਾ ਚਲਾ ਜਾਈਂ। ਇਹ ਮਨਾ ਤੂੰ ਕਦੇ ਕਿਸੇ ਦੇ ਪਰਥਾਏ ਮਨ ਵਿੱਚ ਬੁਰਾ ਖਿਆਲ ਨਾ ਲੈ ਕੇ ਆ ਜਾਈਂ। ਉਹ ਆਪਣੇ ਆਪ ਨਾਲ, ਕਿਉਂਕਿ ਉਹਨੂੰ ਸਮਝ ਆ ਗਈ ਹੈ ਕਿ ਇਹ ਉਹ ਆਪਣੇ ਆਪ ਦੇ ਵਿੱਚ ਇਸ ਗੱਲ ਨੂੰ ਚੰਗੀ ਤਰ੍ਹਾਂ ਹਿਰਦੇ ਵਿੱਚ ਵਸਾ ਲੈਂਦਾ ਹੈ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ। ਤੇ ਫਿਰ ਜਦੋਂ ਬੁਰਾ ਨਹੀਂ ਕੋਏ, ਫਿਰ ਤੁਸੀਂ ਝਗੜੋਗੇ ਕਿਹਦੇ ਨਾਲ? ਤੁਸੀਂ ਲੜੋਗੇ ਕਿਹਦੇ ਨਾਲ? ਤੁਸੀਂ ਕਿਹਦੇ ਨਾਲ ਕਲੇਸ਼ ਪਾਓਗੇ? ਪਾ ਹੀ ਨਹੀਂ ਸਕਦੇ। ਤੁਸੀਂ ਆਪਣੇ ਆਪ ਨਾਲ ਲੜੋਗੇ ਕਿ ਬੁਰਾਈ ਤਾਂ ਮੇਰੇ ਵਿੱਚ ਹੈ, ਕਮੀਆਂ ਤੇ ਮੇਰੇ ਅੰਦਰ ਨੇ। ਇਸ ਲਈ ਸਾਹਿਬ ਕਹਿੰਦੇ ਜਿੱਥੇ ਮਨਮੁਖ ਕਮਲਾ ਹੋਇਆ ਫਿਰਦਾ ਨਾ, ਉੱਥੇ ਗੁਰਮੁਖ ਦੀ ਅਵਸਥਾ ਇਹ ਹੁੰਦੀ ਹੈ ਕਿ ਨਾਨਕ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਗੁਰਮੁਖ ਮਨ ਸਿਉ ਲੂਝੈ। ਸਿਉ ਦਾ ਅਰਥ ਹੁੰਦਾ ਨਾਲ। ਜਿਹੜਾ ਗੁਰਮੁਖ ਹੁੰਦਾ ਉਹ ਆਪਣੇ ਮਨ ਨਾਲ ਹੀ ਲੜਦਾ ਹੈ। ਸਿਰਫ ਉਹ ਆਪਣੇ ਮਨ ਨੂੰ ਸਮਝਾਉਂਦਾ ਰਹਿੰਦਾ ਹੈ ਕਿ ਮਨਾ ਕਦੇ ਮਾੜੇ ਪਾਸੇ ਨਹੀਂ ਜਾਣਾ, ਕਦੇ ਕਿਸੇ ਦਾ ਮਾੜਾ ਨਹੀਂ ਕਰਨਾ, ਕਦੀ ਵੀ ਮਾੜੇ ਖਿਆਲ ਅੰਦਰ ਨਹੀਂ ਲੈ ਕੇ ਆਉਣੇ, ਕਦੇ ਵੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵਾਲੇ ਪਾਸੇ ਨਹੀਂ ਜਾਣਾ। ਉਹ ਆਪਣੇ ਮਨ ਨਾਲ ਹਰ ਵੇਲੇ ਲੂਝਦਾ ਰਹਿੰਦਾ ਹੈ, ਹਰ ਵੇਲੇ ਆਪਣੇ ਮਨ ਨਾਲ ਹੀ ਝਗੜਾ ਕਰਦਾ ਹੈ, ਕਦੇ ਕਿਸੇ ਹੋਰ ਦੇ ਨਾਲ ਨਹੀਂ। ਇਹੀ ਕਾਰਨ ਸੀ ਕਿ ਸਾਹਿਬ ਕਹਿੰਦੇ ਜਿਹੜਾ ਖਾਲਸਾ ਹੈ ਨਾ, ਖਾਲਸਾ ਗੁਰੂ ਕਾ ਜਿਹੜਾ ਖਾਲਸ ਹੋ ਗਿਆ, ਉਹ ਹਰ ਵੇਲੇ ਤਿਆਰ ਰਹਿੰਦਾ ਹੈ ਜੰਗ ਕਰਨ ਵਾਸਤੇ। ਹੁਣ ਆਪਾਂ ਬਾਹਰੋਂ ਤੇ ਕਿਸੇ ਨਾਲ ਜੰਗ ਨਹੀਂ ਕਰਨੀ। ਸਾਹਿਬ ਕਹਿੰਦੇ ਇਹ ਮਨ ਹੈ ਨਾ, ਇਹਦੇ ਨਾਲ ਹਰ ਵੇਲੇ ਜੰਗ ਕਰੋ। ਆਪਣੇ ਮਨ ਨਾਲ ਹਰ ਵੇਲੇ ਤੁਸੀਂ ਤਿਆਰ ਰਹਿ ਕੇ, ਤਿਆਰ ਦਾ ਮਤਲਬ ਹੈ ਨਿਤਨੇਮ ਆਪਣਾ ਨਿਭਾਉਂਦੇ ਰਹੋ। ਕਿਉਂਕਿ ਖਾਲਸਾ ਸੋਏ ਜੋ ਚੜ੍ਹੇ ਤੁਰੰਗ, ਖਾਲਸਾ ਸੋਏ ਜੋ ਕਰੇ ਨਿਤ ਜੰਗ। ਨਿਤ ਜੰਗ ਕਰਦਾ ਹੈ ਕਿਹਦੇ ਨਾਲ? ਆਪਣੇ ਹੀ ਮਨ ਦੇ ਨਾਲ। ਆਪਣੇ ਮਨ ਦੇ ਨਾਲ ਨਿਤ ਜੰਗ ਕਰਦਾ ਰਹਿੰਦਾ ਵੀ ਮਨਾ ਦੇਖੀ ਕਿਤੇ ਵਿਕਾਰਾਂ ਵਾਲੇ ਪਾਸੇ ਨੂੰ ਨਾ ਚਲਾ ਜਾਈਂ। ਇਹਦੀ ਜੰਗ, ਸਾਡੀ ਜੰਗ ਨਿਤ ਆਪਣੇ ਹੀ ਮਨ ਦੇ ਨਾਲ ਹੋਣੀ ਚਾਹੀਦੀ ਹੈ ਕਿ ਮੈਂ ਆਪਣੇ ਮਨ ਨੂੰ ਸਮਝਾ ਕੇ ਰੱਖਣਾ ਹੈ, ਕਦੇ ਵੀ ਇਹ ਬੁਰੇ ਪਾਸੇ, ਮਾੜੇ ਪਾਸੇ ਜਾਈ ਨਾ। ਕਿਉਂਕਿ ਮਨ ਦਾ ਕੋਈ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਪਾਸੇ ਚੰਗਾ ਹੋ ਜਾਂਦਾ ਹੈ, ਕਿਹੜੇ ਵੇਲੇ ਇਹ ਮਾੜਾ ਹੋ ਜਾਂਦਾ ਹੈ। ਇਸ ਲਈ ਕਹਿ ਰਹੇ ਨੇ ਕਿ ਮਨ ਸਿਉ ਲੂਝੈ। ਗੁਰਮੁਖ ਹਮੇਸ਼ਾ ਆਪਣੇ ਮਨ ਨਾਲ ਲੂਝਦਾ, ਕਿਸੇ ਹੋਰ ਦੇ ਨਾਲ ਨਹੀਂ। ਉਹ ਕਿਸੇ ਨਾਲ ਝਗੜਾ ਨਹੀਂ ਕਰਦਾ, ਸਿਰਫ ਤੇ ਸਿਰਫ ਆਪਣੇ ਮਨ ਨਾਲ ਹੀ ਲੂਝਦਾ ਰਹਿੰਦਾ ਹੈ। ਜਿਨਾ ਸਤਿਗੁਰ ਪੁਰਖ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ। ਹੁਣ ਜਿਹੜੀ ਪਹਿਲੀ ਵਿਚਾਰ ਆਪਾਂ ਸਰਵਨ ਕੀਤੀ ਹੈ ਕਿ ਬੁਰਾ ਕਰੇ ਸੋ ਕਿਹਾ ਸੀਜੈ, ਆਪਣੇ ਰੋਹ ਆਪੇ ਹੀ ਦੱਜੈ। ਨਾਨਕ ਮਨਮੁਖ ਕਮਲਾ ਰਗੜੈ ਲੂਝੈ। ਜਿਹੜੀ ਮਨਮੁਖ ਦੀ ਹਾਲਤ ਦੱਸੀ ਤੇ ਗੁਰਮੁਖ ਦੀ ਹਾਲਤ ਜਿਹੜੀ ਹੈ ਉਹ ਦੱਸੀ ਹੈ ਕਿ ਗੁਰਮੁਖ ਮਨ ਸਿਉ ਲੂਝੈ। ਹੁਣ ਇਹ ਜਿਹੜੀ ਵਿਚਾਰ ਸੀ, ਜਿਹਨੇ ਸਤਿਗੁਰੂ ਜੀ ਕੋਲ ਆ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਜੁੜ ਕੇ ਸ਼ਬਦ ਦੀ ਵਿਚਾਰ ਨਾਲ ਨਹੀਂ ਇਸ ਸੰਸਾਰ ਵਿੱਚ ਜੁੜਨਾ ਕੀਤਾ। ਸਾਹਿਬ ਕਹਿੰਦੇ ਇਹ ਤੇ ਮਨੁੱਖ ਕਹਿਲਾਉਣ ਦੇ ਵੀ ਜਿਹੜਾ ਇਹ ਨਹੀਂ ਹੈ ਕਿ ਇਹਨੂੰ ਮਨੁੱਖ ਕਿਹਾ ਜਾ ਸਕੇ। ਇਹਦੇ ਤਾਂ ਜੀਵਨ ਦੀ ਅਵਸਥਾ ਐਸੀ ਹੋ ਗਈ ਹੈ ਕਿ ਇੱਕ ਮਨੁੱਖ ਵੀ ਨਹੀਂ ਅਖਵਾ ਸਕਦਾ। ਇਹ ਮਨੁੱਖ ਦੀ ਅਵਸਥਾ, ਜਿਹੜੀ ਮਨੁੱਖ ਦੀ ਅਵਸਥਾ ਨਾ ਇਨਸਾਨੀਅਤ ਵਾਲੀ, ਇਹ ਉਹਦੇ ਤੋਂ ਵੀ ਨੀਚਾ ਗਿਰ ਚੁੱਕਾ ਹੈ।
ਤਾਹੀਂ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਜਿਨ੍ਹਾਂ ਸਤਿਗੁਰ ਪੁਰਖ ਨ ਸੇਵਿਓ, ਜਿਨ੍ਹਾਂ ਨੇ ਸਤਿਪੁਰਖ ਸਤਿਗੁਰੂ ਜਿਹਦੇ ਕੋਲ ਸੱਚਾ ਗਿਆਨ ਜਿਹੜਾ ਸੀ ਉਹ ਸਾਨੂੰ ਮਿਲਣਾ ਸੀ, ਸੱਚਾ ਗਿਆਨ ਜਿਹੜਾ ਮਿਲਣਾ ਸੀ, ਉਸ ਵਾਹਿਗੁਰੂ ਜੀ ਨੂੰ ਕਦੇ ਵੀ ਸਿਮਰਿਆ ਹੀ ਨਹੀਂ, ਕਦੇ ਚੇਤਾ ਹੀ ਨਹੀਂ ਕੀਤਾ। ਸ਼ਬਦ ਨਾ ਕੀਤੋ ਵਿਚਾਰ, ਸ਼ਬਦ ਨਾਲ ਜੁੜ ਕੇ ਕਦੀ ਵਿਚਾਰ ਹੀ ਨਹੀਂ ਕੀਤੀ। ਨਾ ਉਹ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਜੁੜਿਆ, ਨਾ ਸਤਿਗੁਰੂ ਜੀ ਨੂੰ ਸਿਮਰਿਆ, ਔਰ ਨਾ ਹੀ ਕਹਿੰਦੇ ਸ਼ਬਦ ਨਾਲ ਜੁੜ ਕੇ ਜਿਹੜੀ ਸੀ ਵਿਚਾਰ ਕਰਨੀ, ਨਾ ਹੀ ਉਸ ਵਿਚਾਰ ਨੂੰ ਜਿਹਨੇ ਕੀਤਾ ਹੈ। ਹੋਏ ਮਾਨਸ ਜੂਨ ਨਾ ਆਖੀਨ, ਪਸ਼ੂ ਢੋਰ ਗਵਾਰ। ਹੁਣ ਇਸ ਤੋਂ ਵੱਡੀ ਚੋਟ ਹੋਰ ਕੀ ਹੋ ਸਕਦੀ ਹੈ? ਸਾਨੂੰ ਕੋਈ ਗੱਲ ਕਹਿ ਦੇ ਨਾ, ਅਸੀਂ ਕਹਿੰਦੇ ਆ ਵੀ ਬੜੀ ਇਹਨੇ ਗੱਲ ਕਹੀ, ਮੇਰੇ ਤਾਂ ਜਾ ਕੇ ਅੰਦਰ ਹਿਰਦੇ ਨੂੰ ਲੱਗ ਗਈ। ਕਈ ਗੱਲਾਂ ਅਸੀਂ ਦੁਨੀਆ ਦੀਆਂ ਜਿਹੜੀਆਂ ਮਨ ਵਿੱਚ ਵਸਾ ਲੈਂਦੇ ਆ, ਸਾਰੀ ਉਮਰ ਬਸ ਉਹ ਨਿਕਲਦੀਆਂ ਹੀ ਨਹੀਂ ਗੱਲਾਂ, ਕਿ ਫਲਾਣੇ ਨੇ ਮੈਨੂੰ ਇਹ ਕਿਹਾ ਸੀ, ਫਲਾਣੇ ਨੇ ਮੈਨੂੰ ਆਹ ਕਿਹਾ ਸੀ, ਇਹ ਤੇ ਮੇਰੇ ਦਿਲ ਜਿਹੜੇ ਨੂੰ ਲਾ ਕੇ ਮੇਰੇ ਦਿਲ ਨੂੰ ਬੜੀ ਚੋਟ ਲੱਗ ਗਈ, ਫਲਾਣੇ ਨੇ ਆਹ ਬੋਲਿਆ। ਸਭ ਕਹਿੰਦੇ ਜਿਹੜੀ ਗੱਲ ਦਾ ਕੋਈ ਮਤਲਬ ਹੀ ਨਹੀਂ ਸੀ, ਤੂੰ ਐਵੇਂ ਬੇਫਜ਼ੂਲ ਹੀ ਆਪਣੇ ਅੰਦਰ ਬਿਠਾ ਕੇ ਗੱਲਾਂ ਤੇ ਹਰ ਵੇਲੇ ਦੁਖੀ ਤੇ ਪਰੇਸ਼ਾਨ ਹੁੰਦਾ ਰਹਿਣਾ। ਆਹ ਵਾਲੀ ਚੋਟ ਜਿਹੜੀ ਗੁਰੂ ਸਾਹਿਬ ਨੇ ਦਿੱਤੀ ਹੈ ਨਾ, ਆਹ ਚੋਟ ਖਾ ਕੇ ਵੇਖ, ਜ਼ਿੰਦਗੀ ਸੁਧਰ ਜਾਏਗੀ। ਕਈ ਵਾਰ ਕੋਈ ਚੋਟ ਲੱਗਦੀ ਹੈ ਤੇ ਬੰਦਾ ਡੋਲ ਜਾਂਦਾ ਹੈ, ਕਈ ਵਾਰੀ ਚੋਟ ਲੱਗਦੀ ਹੈ ਤੇ ਜ਼ਿੰਦਗੀ ਸਵਰ ਜਾਂਦੀ ਹੈ। ਜਿਹੜੀ ਸਾਨੂੰ ਗੁਰਬਾਣੀ ਵਿੱਚੋਂ ਚੋਟ ਲੱਗਣੀ ਹੈ, ਉਹਦੇ ਨਾਲ ਜ਼ਿੰਦਗੀ ਵਿਗੜੇਗੀ ਨਹੀਂ, ਉਹਦੇ ਨਾਲ ਸਾਡੇ ਜੀਵਨ ਦਾ ਬੈਲੈਂਸ ਵਿਗੜੇਗਾ ਨਹੀਂ, ਸਗੋਂ ਸਾਡੀ ਜ਼ਿੰਦਗੀ ਸਵਰ ਜਾਏਗੀ। ਸਾਡੀ ਜ਼ਿੰਦਗੀ ਜਿਹੜੀ ਆ ਉਹ ਬਿਲਕੁਲ ਸੋਹਣੀ ਖੂਬਸੂਰਤ ਹੋ ਜਾਏਗੀ, ਸੁੱਖਾਂ ਦੇ ਨਾਲ ਜੀਵਨ ਭਰ ਜਾਏਗਾ, ਜੇ ਸ਼ਬਦ ਦੀ ਚੋਟ ਖਾ ਲਈਏ ਅਸੀਂ। ਪਰ ਸ਼ਬਦ ਦੀ ਚੋਟ ਖਾਣੀ ਬੜੀ ਔਖੀ ਹੈ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਜਿਨ੍ਹਾਂ ਮਨ ਮੁਖਾਂ ਨੇ ਸੰਸਾਰ ਨਾਲ ਜੁੜੇ ਹੋਏ, ਵਿਕਾਰ ਨਾਲ ਜੁੜੇ ਹੋਏ ਜਿਹੜੇ ਪ੍ਰਾਣੀ ਨੇ, ਸਤਿਗੁਰ ਪੁਰਖ ਨ ਸੇਵਿਓ, ਜਿਹੜਾ ਪੁਰਖ ਰੂਪੀ ਸਤਿਗੁਰੂ, ਸਰਬ ਕਲਾ ਸਮਰੱਥ ਸਤਿਗੁਰੂ, ਸੱਚਾ ਗਿਆਨ ਦੇਣ ਵਾਲਾ ਜਿਹੜਾ ਸਤਿਗੁਰੂ ਸੀ, ਸੱਚ ਦੇ ਨਾਲ ਜੁੜਿਆ ਹੋਇਆ। ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ। ਸਤਿਗੁਰੂ ਕਿਹਨੂੰ ਕਹਿੰਦੇ ਨੇ? ਜਿਹਨੇ ਸਤਿਪੁਰਖ ਨੂੰ ਜਾਣਿਆ ਹੈ। ਇਸ ਲਈ ਕਹਿ ਰਹੇ, ਜਿਨ੍ਹਾਂ ਨੇ ਸਤਿਗੁਰ ਪੁਰਖ ਨੂੰ ਨਹੀਂ ਸਿਮਰਿਆ, ਨਹੀਂ ਸੇਵਿਆ, ਸ਼ਬਦ ਨਾ ਕੀਤੋ ਵਿਚਾਰ, ਤੇ ਸਤਿਗੁਰੂ ਨਾਲ ਜੁੜ ਕੇ, ਸ਼ਬਦ ਨਾਲ ਜੁੜ ਕੇ ਵਿਚਾਰ ਨਹੀਂ ਕੀਤੀ ਹੈ, ਹੋਏ ਮਾਨਸ ਜੂਨ ਨ ਆਖੀਨ। ਉਹਨਾਂ ਨੂੰ ਤੇ ਮਨੁੱਖ ਵੀ ਨਹੀਂ ਆਖਣਾ ਚਾਹੀਦਾ। ਉਹ ਮਨੁੱਖਾ ਜਾਤ ਵਿੱਚ, ਮਨੁੱਖਾ ਜੂਨ ਵਿੱਚ ਜ਼ਰੂਰ ਆਏ ਨੇ, ਪਰ ਉਹ ਮਨੁੱਖ ਜਿਹੜਾ ਹੈ ਕਹਿਲਾਉਣ ਦੇ ਹੱਕਦਾਰ ਨਹੀਂ। ਉਹਨਾਂ ਨੂੰ ਤੇ ਮਨੁੱਖ ਵੀ ਨਹੀਂ ਆਖਣਾ ਚਾਹੀਦਾ। ਫਿਰ ਸਤਿਗੁਰੂ ਜੀ ਕੀ ਕਹਿਣਾ ਚਾਹੀਦਾ ਉਹਨਾਂ ਨੂੰ? ਜਿਨ੍ਹਾਂ ਦਾ ਮਾਨਸਿਕ ਮੰਡਲ ਇੰਨਾ ਗਿਰ ਚੁੱਕਾ ਹੈ, ਮਨ ਦੇ ਵਿੱਚ ਬੁਰਾਈਆਂ, ਗੰਦਗੀ ਇੰਨੀ ਭਰ ਚੁੱਕੀ ਹੈ ਕਿ ਉਹ ਸਤਿਗੁਰੂ ਦੀ ਗੱਲ ਸੁਣਨ ਨੂੰ ਵੀ ਤਿਆਰ ਨਹੀਂ, ਸ਼ਬਦ ਦੀ ਵਿਚਾਰ ਨੂੰ ਵੀ ਸਮਝਣ ਵਾਸਤੇ ਤਿਆਰ ਨਹੀਂ। ਉਹਨਾਂ ਨੂੰ ਮਨੁੱਖ ਨਹੀਂ ਆਖਣਾ, ਤੇ ਫਿਰ ਆਖਣਾ ਕੀ ਹੈ? ਫਿਰ ਕੀ ਕਹੀਏ? ਸਭ ਕਹਿੰਦੇ ਪਸ਼ੂ ਢੋਰ ਗਵਾਰ। ਉਹ ਗਵਾਰ ਨੇ, ਉਹ ਪਸ਼ੂ ਨੇ, ਔਰ ਪਸ਼ੂ ਵੀ ਉਹ ਨੇ ਜਿਹੜੇ ਮਰੇ ਹੋਏ ਪਸ਼ੂ ਨੇ। ਪਸ਼ੂ ਢੋਰ, ਢੋਰ ਦਾ ਅਰਥ ਕੀ ਹੁੰਦਾ ਹੈ? ਮਰਿਆ ਹੋਇਆ ਪਸ਼ੂ। ਕਹਿੰਦੇ ਉਹ ਗਵਾਰ ਜਿਹੜੇ ਮਨੁੱਖ ਨਹੀਂ ਸਮਝਣਾ ਚਾਹੁੰਦੇ ਗੁਰਮਤਿ ਦੀ ਵਿਚਾਰ ਨੂੰ, ਸ਼ਬਦ ਨੂੰ ਨਹੀਂ ਸਮਝਣਾ ਚਾਹੁੰਦੇ ਨੇ, ਉਹ ਬਸ ਬੁਰਾਈਆਂ ਦੀ ਦਲਦਲ ਵਿੱਚ ਪੈ ਫਸ ਕੇ ਬੁਰੇ ਕਰਮ ਹੀ ਕਰਨਾ ਚਾਹੁੰਦੇ ਨੇ। ਇਹ ਮਨੁੱਖ ਕਹਿਲਾਉਣ ਦੇ ਹੱਕਦਾਰ ਨਹੀਂ, ਇਹ ਤਾਂ ਮੋਏ ਹੋਏ ਪਸ਼ੂ ਦੀ ਤਰ੍ਹਾਂ ਨੇ। ਪਸ਼ੂ ਵੀ ਕਿਤੇ ਨਾ ਕਿਤੇ ਕਿਹਾ ਗਿਆ ਕਿ ਤੂੰ ਪਸ਼ੂ ਦੀ ਤਰ੍ਹਾਂ ਖਾ ਰਿਹਾ, ਪੀ ਰਿਹਾ, ਸੌ ਰਿਹਾ, ਪਰ ਇੱਕ ਪਾਸੇ ਕਹਿਤਾ ਵੀ ਤੂੰ ਪਸ਼ੂ ਵੀ ਨਹੀਂ, ਤੂੰ ਤੇ ਮਰਿਆ ਹੋਇਆ ਪਸ਼ੂ ਹੈ। ਹੁਣ ਇਸ ਤੋਂ ਵੱਡਾ ਹਲੂਣਾ ਹੋਰ ਕੀ ਦਿੱਤਾ ਜਾ ਸਕਦਾ ਹੈ? ਕੋਈ ਬੰਦਾ ਸਾਨੂੰ ਗੱਲ ਕਹਿ ਦੇਵੇ, ਉਹ ਤਾਂ ਸਾਡੇ ਅੰਦਰ ਚੋਟ ਕਰ ਜਾਂਦੀ ਹੈ, ਪਰ ਗੁਰਬਾਣੀ ਸਾਨੂੰ ਕਿਉਂ ਨਹੀਂ ਸਮਝ ਆ ਰਹੀ? ਗੁਰਬਾਣੀ ਦੀ ਵਿਚਾਰ ਸਾਨੂੰ ਅੰਦਰੋਂ ਕਿਉਂ ਨਹੀਂ ਚੋਟ ਦੇ ਰਹੀ ਹੈ? ਜਿਸ ਦਿਨ ਚੋਟ ਗੁਰਬਾਣੀ ਦੇ ਸ਼ਬਦ ਵਿੱਚੋਂ ਲੱਗੇਗੀ,
ਉਸ ਦਿਨ ਸਾਡੀ ਜ਼ਿੰਦਗੀ ਜਿਹੜੀ ਹੈ ਸਵਰ ਜਾਏਗੀ, ਉਸ ਦਿਨ ਅਸੀਂ ਕਾਮਯਾਬ ਹੋ ਜਾਾਂਗੇ, ਉਸ ਦਿਨ ਅਸੀਂ ਸਫਲ ਹੋ ਜਾਾਂਗੇ। ਇਸ ਲਈ ਕਹਿ ਰਹੇ ਨੇ ਕਿ ਉਹ ਤਾਂ ਪਸ਼ੂ ਢੋਰ ਗਵਾਰ ਨੇ, ਉਹਨਾਂ ਨੂੰ ਮਨੁੱਖ ਨਾ ਆਖਿਆ ਕਰੋ, ਉਹਨਾਂ ਨੂੰ ਗਵਾਰ ਕਿਹਾ ਕਰੋ, ਉਹਨਾਂ ਨੂੰ ਮੋਏ ਹੋਏ ਮਰੇ ਹੋਏ ਪਸ਼ੂ ਕਿਹਾ ਕਰੋ, ਜਿਹੜਾ ਕਹਿੰਦੇ ਗੰਦਗੀ ਫੈਲਾ ਰਿਹਾ, ਹੋਰ ਕੁਛ ਵੀ ਨਹੀਂ। ਦੀਨ ਵਿਸਾਰਿਓ ਰੇ ਦੀਵਾਨੇ, ਦੀਨ ਵਿਸਾਰਿਓ ਰੇ, ਪੇਟ ਭਰਿਓ ਪਸ਼ੂਆ ਜਿਉਂ ਸੋਇਓ। ਕਹਿਣ ਲੱਗੇ ਜਿਵੇਂ ਇੱਕ ਪਸ਼ੂ ਪੇਟ ਭਰ ਕੇ ਸੌਂ ਗਿਆ, ਤੇ ਬੰਦਿਆ ਤੂੰ ਵੀ ਉੱਠਿਆ ਤੇ ਪੇਟ ਭਰ ਕੇ ਸੌਂ ਗਿਆ, ਤੇ ਫਿਰ ਤੇਰੇ ਵਿੱਚ ਤੇ ਪਸ਼ੂ ਵਿੱਚ ਕੀ ਫਰਕ ਹੈ? ਤੈਨੂੰ ਕੌਣ ਕਹੇਗਾ ਤੂੰ ਮਨੁੱਖ ਹੈ? ਜੇ ਸਾਡੇ ਅੰਦਰ ਜ਼ਹਿਰ ਭਰੀ ਪਈ ਹੈ, ਕੁੜੱਤਣ ਭਰੀ ਪਈ ਹੈ, ਅਸੀਂ ਭਲਾ ਕਰਨ ਵਾਲੇ ਦਾ ਵੀ ਬੁਰਾ ਹੀ ਸੋਚਦੇ ਪਏ ਹਾਂ, ਸਾਡੇ ਨਾਲ ਜਿਹੜਾ ਚੰਗਾ ਕਰਦਾ ਹੈ ਅਸੀਂ ਉਹਦਾ ਵੀ ਮਾੜਾ ਹੀ ਕਰਨ ਦੀ ਸੋਚਦੇ ਪਏ ਹਾਂ, ਫਿਰ ਸਾਨੂੰ ਇਨਸਾਨ ਕੌਣ ਕਹੇਗਾ? ਸਾਨੂੰ ਮਨੁੱਖ ਕੌਣ ਕਹੇਗਾ? ਇਹਦੇ ਨਾਲੋਂ ਤੇ ਪਸ਼ੂ ਚੰਗਾ ਜਿਹੜਾ ਘਾਹ ਫੂਸ ਖਾ ਕੇ ਫਿਰ ਵੀ ਅੰਮ੍ਰਿਤ ਵਰਗਾ ਦੁੱਧ ਦੇ ਦਿੰਦਾ ਹੈ, ਤੇ ਬੰਦਿਆ ਤੂੰ ਦੁੱਧ ਪੀ ਕੇ ਫਿਰ ਜ਼ਹਿਰ ਅੰਦਰੋਂ ਕੱਢਦਾ। ਤੂੰ ਉਸੇ ਦੁੱਧ ਨੂੰ ਪੀ ਕੇ ਅੰਦਰ ਜ਼ਹਿਰ ਤੇਰੇ ਭਰੀ ਪਈ ਹੈ, ਤੇ ਪਸ਼ੂ ਜਿਹੜਾ ਉਹ ਘਾਹ ਖਾ ਕੇ ਘਾਹ ਫੂਸ ਖਾ ਕੇ ਉਹਦੇ ਅੰਦਰ ਅੰਮ੍ਰਿਤ ਵਰਗਾ ਦੁੱਧ ਬਣ ਜਾਂਦਾ ਹੈ, ਉਸੇ ਦੁੱਧ ਨੂੰ ਪੀ ਕੇ ਤੇਰੇ ਅੰਦਰ ਜ਼ਹਿਰ ਬਣ ਜਾਂਦੀ ਹੈ। ਫਿਰ ਇਹਦੇ ਨਾਲੋਂ ਮਨੁੱਖ ਚੰਗਾ ਹੈ ਕਿ ਪਸ਼ੂ ਚੰਗਾ ਹੈ? ਸਭ ਤੋਂ ਵਧੀਆ ਜ਼ਿੰਦਗੀ ਅਸੀਂ ਗੁਜ਼ਾਰ ਰਹੇ ਹਾਂ, ਸਭ ਤੋਂ ਵਧੀਆ ਜ਼ਿੰਦਗੀ ਜੀ ਰਹੇ ਹਾਂ, ਫਿਰ ਵੀ ਅਸੀਂ ਮਾੜੇ ਕਰਮ ਬੁਰੇ ਕਰਮ, ਫਿਰ ਵੀ ਇਨਸਾਨੀਅਤ ਦੇ ਤਲ ਤੋਂ ਸਾਡੀ ਗਿਰਾਵਟ ਹੈ, ਅਸੀਂ ਗਿਰੇ ਹੋਏ ਮਨੁੱਖ ਹਾਂ। ਪਸ਼ੂ ਆਪਣੇ ਰਾਹ ਤੁਰ ਰਿਹਾ ਹੈ, ਪੰਛੀ ਆਪਣੇ ਰਾਹ ਚੱਲ ਰਿਹਾ, ਜਾਨਵਰ ਆਪਣੇ ਰਸਤੇ ਚੱਲ ਰਿਹਾ, ਪਰ ਜੇ ਕਿਸੇ ਵਿੱਚ ਗਿਰਾਵਟ ਆਈ ਹੈ ਤੇ ਮਨੁੱਖ ਵਿੱਚ ਆਈ ਹੈ। ਆ ਸਮਾਜ ਵਿੱਚ ਜਿੰਨੀਆਂ ਵੀ ਬੁਰਾਈਆਂ ਨੇ ਇਹ ਫੈਲਾਉਣ ਵਾਲਾ ਕੌਣ ਹੈ? ਇੱਕ ਮਨੁੱਖ ਹੀ ਹੈ। ਜਿੰਨੀਆਂ ਵੀ ਜੇਲਾਂ ਬਣੀਆਂ ਨੇ, ਜਿੰਨੇ ਵੀ ਆ ਕਾਨੂੰਨ ਬਣੇ ਨੇ, ਜਿੰਨੇ ਵੀ ਆ ਨਿਯਮ ਬਣੇ ਨੇ, ਰੂਲ ਬਣੇ ਨੇ, ਕੋਰਟ ਕਚਹਿਰੀਆਂ ਬਣੀਆਂ ਨੇ, ਕਾਹਦੇ ਵਾਸਤੇ ਬਣੀਆਂ ਨੇ? ਕਿਸੇ ਪਸ਼ੂ ਦਾ ਫੈਸਲਾ ਕਰਨ ਲਈ, ਕਦੇ ਕਿਸੇ ਜਾਨਵਰਾਂ ਦਾ ਫੈਸਲਾ ਕਰਨ ਵਾਸਤੇ, ਜਾਂ ਪੰਛੀ ਆਉਂਦੇ ਨੇ ਕੋਰਟ ਕਚਹਿਰੀਆਂ 'ਚ ਫੈਸਲੇ ਕਰਾਉਣ, ਮਨੁੱਖ ਹੀ ਆਉਂਦਾ ਤੇ ਮਨੁੱਖ ਹੀ ਫੈਸਲਾ ਕਰ ਰਿਹਾ ਹੈ। ਮਨੁੱਖ ਦੇ ਹੱਥ ਵਿੱਚ ਹੀ ਹੱਥ ਕੜੀਆਂ ਪਈਆਂ, ਇਹਦੇ ਲਈ ਨਿਯਮ ਬਣੇ, ਕਾਨੂੰਨ ਬਣੇ ਨੇ, ਧਾਰਾਵਾਂ ਬਣੀਆਂ, ਇਹਨੂੰ ਇਹ ਧਾਰਾ ਸਜ਼ਾ ਹੈ, ਇਹਨੂੰ ਇਹਦੇ ਧਾਰਾ ਵਿੱਚ ਸਜ਼ਾ ਹੈ, ਕਿਉਂਕਿ ਕਰਮ ਜਿਹੜਾ ਹੈ ਉਹ ਮਨੁੱਖ ਕਰ ਰਿਹਾ ਹੈ। ਪਸ਼ੂ ਨੂੰ ਤੇ ਸੋਝੀ ਨਹੀਂ, ਪੰਛੀ ਨੂੰ ਸਮਝ ਨਹੀਂ, ਉਹਨੂੰ ਆਪਣੇ ਆਪੇ ਦੀ ਸਮਝ ਹੈ, ਉਹ ਵੀ ਆਪਣਾ ਆਪਾ ਸਵਾਰ ਲੈਂਦਾ ਹੈ। ਪਰ ਮਨੁੱਖ ਤੈਨੂੰ ਸਭ ਕੁਝ ਮਿਲਿਆ, ਪਰ ਫਿਰ ਵੀ ਤੂੰ ਆਪਣਾ ਆਪਾ ਨਹੀਂ ਸਵਾਰ ਸਕਿਆ। ਤੂੰ ਉਸ ਪਰਮੇਸ਼ਵਰ ਨੂੰ ਵਿਸਾਰ ਕੇ ਕਮਲਾ ਹੋਇਆ ਫਿਰਦਾ ਹੈ, ਆਪਣੀ ਹੋਂਦ ਜਿਹੜੀ ਹੈ ਉਹ ਭੁਲਾ ਕੇ ਤੂੰ ਦੁਨੀਆ ਵਿੱਚ ਭਟਕਦਾ ਫਿਰਦਾ ਹੈ। ਤੈਨੂੰ ਤੇ ਮਨੁੱਖ ਵੀ ਨਹੀਂ ਆਖਿਆ ਜਾ ਸਕਦਾ, ਤੇਰੀਆਂ ਕਰਤੂਤਾਂ ਵੇਖ ਕੇ ਤੇ ਕਿਹਾ ਜਾ ਸਕਦਾ ਵੀ ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਤੂੰ ਤੇ ਪਸ਼ੂ ਤਰ੍ਹਾਂ ਪੇਟ ਭਰਿਓ ਪਸ਼ੂਆ ਜਿਉਂ ਸੋਇਓ, ਪਰ ਇੱਕ ਥਾਂ ਤੇ ਕਹਿ ਦਿੱਤਾ ਤੂੰ ਤੇ ਮਰਿਆ ਹੋਇਆ ਪਸ਼ੂ ਹੈ। ਉੱਥੇ ਤੇ ਫਿਰ ਵੀ ਜਿਉਂਦਾ ਹੈ ਨਾ, ਪਸ਼ੂ ਖਾ ਲਿਆ, ਚਲੋ ਪੇਟ ਭਰ ਲਿਆ। ਇੱਕ ਥਾਂ ਇਹ ਹਾਲਤ ਹੈ ਕਿ ਇੱਕ ਥਾਂ ਤੇ ਤੇਰੀ ਹਾਲਤ ਇਦਾਂ ਜਿਵੇਂ ਕੋਈ ਮਰਿਆ ਹੋਇਆ ਪਸ਼ੂ ਪਿਆ ਹੋਵੇ ਤੇ ਤੈਨੂੰ ਇੱਕ ਪਾਸੇ ਰੱਖ ਦਈਏ, ਕੋਈ ਫਰਕ ਨਹੀਂ ਹੈ। ਏਡੀ ਵੱਡੀ ਚੋਟ ਸਾਨੂੰ ਦਿੱਤੀ ਹੈ। ਅਸੀਂ ਕਿਉਂ ਨਹੀਂ ਗੁਰਬਾਣੀ ਸੁਣਨਾ ਸਮਝਣਾ ਚਾਹੁੰਦੇ? ਕਿਉਂਕਿ ਅਸੀਂ ਆਪਣੀ ਬੁਰਿਆਈ, ਆਪਣਾ ਜੀਵਨ ਅਸੀਂ ਝਾਤ ਮਾਰਨਾ ਹੀ ਨਹੀਂ ਚਾਹੁੰਦੇ ਵੀ ਮੈਂ ਕਿੱਥੇ ਖੜਾ। ਬਸ ਦੂਜਿਆਂ ਦੀ ਬੁਰਿਆਈ ਜਿੰਨੀ ਮਰਜ਼ੀ ਕਰਵਾ ਲਓ, ਦੂਜਿਆਂ ਬਾਰੇ ਜਿੰਨਾ ਮਰਜ਼ੀ ਪੁੱਛ ਲਓ, ਸੁਣ ਲਓ, ਫਲਾਣਾ ਕਿੱਦਾਂ ਹੈ, ਫਲਾਣਾ ਕਿੱਦਾਂ ਹੈ, ਉਹ ਕੀ ਕਰਦਾ ਹੈ, ਉਹ ਕੀ ਕਰਦਾ ਹੈ, ਪਰ ਆਪਣੇ ਬਾਰੇ ਕਦੀ ਨਾ ਪੁੱਛੋ ਵੀ ਮੈਂ ਕੀ ਕਰਦਾ, ਮੈਂ ਕੀ ਕਰ ਰਿਹਾ। ਜਿਹਦੀ ਅਸੀਂ ਬੁਰਿਆਈ ਕਰ ਰਹੇ ਹਾਂ ਉਹ ਸਾਡੇ ਨਾਲੋਂ 100 ਗੁਣਾ ਚੰਗਾ ਹੋਏਗਾ, ਪਰ ਨਹੀਂ, ਅਸੀਂ ਆਪਣੀ ਬੁਰਿਆਈ ਸੁਣਨਾ ਹੀ ਨਹੀਂ ਚਾਹੁੰਦੇ, ਅਸੀਂ ਸੁਣਨਾ ਹੀ ਦੂਜਿਆਂ ਦੀ ਚਾਹੁੰਦੇ ਹਾਂ। ਅਸੀਂ ਆਪਣੇ ਬਾਰੇ ਕੁਝ ਵੀ ਨਹੀਂ ਸੁਣਨਾ ਚਾਹੁੰਦੇ, ਨਾ ਬੋਲਣਾ ਚਾਹੁੰਦੇ ਹਾਂ, ਹਮੇਸ਼ਾ ਦੂਜਿਆਂ ਬਾਰੇ ਬੋਲਣਾ ਸੁਣਨਾ ਚਾਹੁੰਦੇ ਹਾਂ। ਤੇ ਸਾਹਿਬ ਕਹਿੰਦੇ ਫਿਰ ਤੇਰੀ ਹਾਲਤ ਕਹਿਣੀ ਪਏਗੀ ਕਿ ਤੂੰ ਤਾਂ ਮਨੁੱਖੀ ਜੂਨ ਵਿੱਚ ਵੀ ਨਹੀਂ ਆਉਂਦਾ, ਆ ਤੇ ਗਿਆ ਪਰ ਕਹਿਲਾਉਣ ਦੇ ਹੱਕਦਾਰ ਨਹੀਂ ਤੂੰ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਓਏ ਮਾਨਸ ਜੂਨ ਨ ਆਖੀਆਂ। ਧਿਆਨ ਰੱਖਿਓ, ਸਾਰਿਆਂ ਦੀ ਗੱਲ ਨਹੀਂ ਹੋ ਰਹੀ,
ਓਏ ਦਾ ਅਰਥ ਹੈ ਉਹ ਜਿਹੜੇ ਬੁਰਾਈਆਂ ਦੀ ਦਲਦਲ ਵਿੱਚ ਫਸੇ, ਮਾੜੇ ਕਰਮ ਕਰ ਰਹੇ ਨੇ, ਨਖਿੱਧ ਕਰਮ ਕਰ ਰਹੇ ਨੇ, ਗੰਦਗੀ ਵਿੱਚ ਭਰੇ ਹੋਏ ਨੇ, ਜਿਹੜੇ ਅੰਦਰੋਂ ਜ਼ਿੰਦਗੀ ਦੀ ਬਾਜੀ ਹਾਰ ਰਹੇ ਨੇ ਤੇ ਬਾਹਰੋਂ ਜ਼ਿੰਦਗੀ ਦੀ ਬਾਜੀ ਜਿੱਤਣ ਦਾ ਭਰਮ ਪਾਲ ਕੇ ਤੇ ਗਲ ਵਿੱਚ ਫੁੱਲਾਂ ਦਾ ਹਾਰ ਪਵਾ ਰਹੇ ਨੇ, ਬਾਹਰੋਂ ਠੱਗੀਆਂ ਮਾਰ ਕੇ ਹੇਰਾ ਫੇਰੀਆਂ ਕਰਕੇ ਕਾਮਯਾਬ ਹੋ ਰਹੇ ਨੇ, ਉਹ ਅੰਦਰੋਂ ਕਹਿੰਦੇ ਬਿਲਕੁਲ ਜ਼ਿੰਦਗੀ ਉਹਨਾਂ ਦੀ ਜਿਹੜੀ ਹੈ ਨਾ ਕਾਮਯਾਬ ਹੈ, ਅੰਦਰੋਂ ਫੇਲ ਹੋ ਰਹੇ ਨੇ ਉਹ ਲੋਕ। ਇਹ ਉਹਨਾਂ ਦੀ ਗੱਲ ਕੀਤੀ ਹੈ, ਸਾਰਿਆਂ ਦੀ ਨਹੀਂ। ਕਿਉਂਕਿ ਜਿਹੜੇ ਗੁਰਮਤ ਅਨੁਸਾਰ ਆਪਣੇ ਜੀਵਨ ਨੂੰ ਢਾਲ ਕੇ ਗੁਰਮੁਖ ਬਣ ਕੇ ਜੀ ਰਹੇ ਨੇ, ਉਹਨਾਂ ਦੀ ਤੇ ਸੰਗਤ ਮੰਗਦੇ ਆ ਆਪਾਂ, ਉਹਨਾਂ ਦੇ ਤੇ ਚਰਨਾਂ ਦੀ ਧੂੜੀ ਮੰਗਦੇ ਪਿਆ ਕਿ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵੀ ਗਤ ਪਾਏ। ਉਹਨਾਂ ਗੁਰਸਿੱਖਾਂ ਦੀ ਧੂੜੀ ਦੇ ਦਿਓ, ਸੰਗਤ ਦੇ ਦਿਓ, ਤਾਂ ਕਿ ਮੇਰੇ ਵਰਗੇ ਪਾਪੀ ਦਾ ਵੀ ਉਧਾਰ ਹੋ ਸਕੇ। ਪਰ ਇੱਥੇ ਗੱਲ ਹੈ ਮਨਮੁਖਾਂ ਦੀ, ਕਿ ਜਿਹੜੇ ਲੋਕ ਮਨਮੁਖ ਵਾਲਾ ਜੀਵਨ ਜੀ ਰਹੇ ਨੇ, ਸਭ ਕਹਿੰਦੇ ਓਏ ਮਾਨਸ ਜੂਨ ਨਾ ਆਖੀਆਂ, ਉਹਨਾਂ ਨੂੰ ਮਨੁੱਖਾ ਜੂਨੀ ਵਿੱਚ ਆਇਆ ਨਾ ਆਖਿਆ ਕਰੋ। ਪਸ਼ੂ ਢੋਰ ਗਵਾਰ, ਉਹ ਪਸ਼ੂ ਨੇ, ਉਹ ਗਵਾਰ ਨੇ, ਉਹ ਮੋਏ ਹੋਏ ਪਸ਼ੂ ਦੀ ਤਰ੍ਹਾਂ ਹੁੰਦੇ ਹਨ। ਉਹਨਾਂ ਅੰਤਰ ਗਿਆਨ ਨਾ ਧਿਆਨ ਹੈ, ਹਰ ਸੋ ਪ੍ਰੀਤ ਨਾ ਪਿਆਰ। ਪੁੱਛਿਆ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ, ਤੁਸੀਂ ਐਡੀ ਵੱਡੀ ਗੱਲ ਕਿਉਂ ਕਹਿ ਦਿੱਤੀ? ਓਏ ਮਾਨਸ ਜੂਨ ਨਾ ਆਖੀਆਂ ਪਸ਼ੂ ਢੋਰ ਗਵਾਰ, ਤੁਸੀਂ ਕਿਉਂ ਕਹਿ ਦਿੱਤਾ ਇੰਨੀ ਵੱਡੀ ਗੱਲ? ਸਾਹਿਬ ਜੀ ਕਹਿੰਦੇ ਕਿਉਂ ਨਾ ਕਵਾਂ, ਉਹਨਾਂ ਅੰਤਰ ਗਿਆਨ ਨਾ ਧਿਆਨ ਹੈ। ਉਹਨਾਂ ਜਿਨ੍ਹਾਂ ਨੂੰ ਕਿਹਾ ਗਿਆ ਨਾ ਉਹਨਾਂ ਦੇ ਅੰਦਰ ਗਿਆਨ ਹੈ, ਜਿਹੜਾ ਗਿਆਨ ਚਾਹੀਦਾ ਉਹ ਹੈ ਹੀ ਨਹੀਂ, ਹੋਰ ਗਿਆਨ ਇਕੱਠਾ ਕਰੀ ਬੈਠੇ ਨੇ, ਵਿਕਾਰਾਂ ਵਾਲਾ ਗਿਆਨ ਅੰਦਰ ਇਕੱਠਾ ਕਰੀ ਬੈਠੇ ਨੇ, ਚੰਗਾ ਗਿਆਨ ਹੈ ਹੀ ਕੋਈ ਨਹੀਂ। ਨਾ ਉਹਨਾਂ ਦੇ ਅੰਦਰ ਕੋਈ ਸੋਝੀ ਹੈ, ਨਾ ਹੀ ਉਹਨਾਂ ਦੇ ਅੰਦਰ ਕੋਈ ਟਿਕਾ ਹੈ। ਧਿਆਨ ਦਾ ਅਰਥ ਅੰਦਰ ਮਨ ਦੇ ਵਿੱਚ ਉਹਨਾਂ ਦੇ ਟਿਕਾ, ਮਨ ਚੰਚਲਤਾਈ ਜਿਹੜੀ ਹੈ ਬਣਾ ਕੇ ਬਸ ਹਰ ਵੇਲੇ ਭਟਕੀ ਜਾ ਰਿਹਾ ਹੈ, ਕਦੀ ਕਿੱਥੇ ਕਦੀ ਕਿੱਥੇ। ਸਭ ਕਹਿੰਦੇ ਨਾ ਉਹਨੂੰ ਗਿਆਨੀ ਨੇ ਨਾ ਧਿਆਨੀ ਨੇ, ਨਾ ਉਹਨਾਂ ਵਿੱਚ ਗਿਆਨ ਨਾ ਧਿਆਨ ਹੈ। ਔਰ ਸਭ ਤੋਂ ਵੱਡੀ ਗੱਲ, ਹਰਿ ਸਿਉ ਪ੍ਰੀਤ ਨਾ ਪਿਆਰ। ਉਹਨਾਂ ਦਾ ਜਿਹਨੇ ਜੀਵਨ ਦਿੱਤਾ, ਜਿਹਨੇ ਜ਼ਿੰਦਗੀ ਦਿੱਤੀ, ਜਿਹੜਾ ਹਰ ਵੇਲੇ ਪਾਲ ਰਿਹਾ ਹੈ, ਸਵਾਸ ਪਾਲ ਰਿਹਾ ਹੈ, ਜਿਹਨੇ ਆ ਸਾਰੇ ਜੀਵਨ ਦੇ ਸੁੱਖ ਦਿੱਤੇ, ਉਹਦੇ ਨਾਲ ਹੀ ਪਿਆਰ ਨਹੀਂ, ਉਹਦੇ ਨਾਲ ਹੀ ਪ੍ਰੀਤ ਨਹੀਂ ਹੈ। ਰਾਤ ਵੀ ਜ਼ਿਕਰ ਕੀਤਾ ਸੀ ਕਿ ਹਰ ਦੁਨੀਆ ਰੱਬ ਨੂੰ ਪਾਉਣਾ ਚਾਹੁੰਦੀ ਹੈ, ਹਰ ਦੁਨੀਆ। ਤੇ ਰੱਬ ਸਾਡੇ ਘਰ ਬੈਠਾ ਹੋਇਆ ਤੇ ਅਸੀਂ ਰੱਬ ਨੂੰ ਠੋਕਰਾਂ ਮਾਰ ਰਹੇ ਹਾਂ, ਉਹਦੀ ਬਾਤ ਨਹੀਂ ਅਸੀਂ ਪੁੱਛਦੇ ਪਏ, ਤੇ ਪਾਉਣਾ ਅਸੀਂ ਰੱਬ ਨੂੰ ਚਾਹੁੰਦੇ ਹਾਂ। ਤੇ ਰੱਬ ਜੀ ਵੀ ਸੋਚਦੇ ਨੇ ਕਿੱਦਾਂ ਦਾ ਬੰਦਾ ਹੈ, ਪਾਉਣਾ ਮੈਨੂੰ, ਇੱਕ ਪਾਸੇ ਮੈਨੂੰ ਪਾਉਣਾ ਚਾਹੁੰਦਾ ਹੈ, ਦੂਜੇ ਪਾਸੇ ਮੈਨੂੰ ਠੋਕਰਾਂ ਮਾਰੀ ਜਾਂਦਾ ਹੈ। ਜ਼ਿਕਰ ਕੀਤਾ ਸੀ ਕਿ ਰਾਤ ਵੀ ਘਰ ਵਿੱਚ ਬਜ਼ੁਰਗ ਬੈਠਾ ਹੈ, ਮਾਂ-ਬਾਪ ਬੈਠੇ ਨੇ, ਅਸੀਂ ਉਹਨਾਂ ਨੂੰ ਪਾਣੀ ਦਾ ਘੁੱਟ ਤੱਕ ਨਹੀਂ ਪੁੱਛਦੇ। ਪਾਣੀ ਦਾ ਘੁੱਟ ਵੀ ਪਿਆਉਣਾ ਔਖਾ ਹੋ ਜਾਂਦਾ ਹੈ ਘਰ ਵਿੱਚ ਬੈਠੇ ਬਜ਼ੁਰਗ ਨੂੰ, ਤੇ ਬਾਹਰ ਅਸੀਂ ਇੰਨੇ ਮਹਾਨ ਬਣ ਰਹੇ ਹਾਂ, ਬਾਹਰ ਅਸੀਂ ਕਹਿ ਰਹੇ ਹਾਂ ਵੀ ਮੇਰੇ ਤੋਂ ਵੱਡਾ ਕੋਈ ਪੁੰਨ ਕਰਨ ਵਾਲਾ, ਕੋਈ ਸੇਵਾ ਕਰਨ ਵਾਲਾ ਹੈ ਹੀ ਨਹੀਂ। ਤੇ ਜਿਹੜਾ ਘਰ ਵਿੱਚ ਰੱਬ ਬੈਠਾ ਉਹਨੂੰ ਪਾਣੀ ਦਾ ਘੁੱਟ ਨਹੀਂ ਪੁੱਛਦਾ, ਤੇ ਰੱਬ ਕਿਵੇਂ ਮਿਲ ਜਾਏਗਾ? ਜਾਂ ਆਪਾਂ ਸ਼ਰਾਧ ਦੀ ਗੱਲ ਹੀ ਕਰ ਲਈਏ, ਤੇ ਮਹਾਰਾਜ ਕਹਿੰਦੇ ਸੀ ਬਾਣੀ ਵਿੱਚ ਜ਼ਿਕਰ ਕੀਤਾ, ਜੀਵਤ ਪਿਤਰ ਨਾ ਮਾਨੈ ਕਉ ਮੂੰਹੇ ਸ਼ਰਾਧ ਕਰਾਈ। ਜਿਹਦੇ ਨਾਮ ਤੇ ਕਰਾਇਆ ਉਹਨੂੰ ਤੇ ਇੱਕ ਚਮਚ ਵੀ ਘਿਓ ਦਾ ਨਹੀਂ ਦਿੱਤਾ। ਜਿਹਦੇ ਨਾਮ ਤੇ ਸ਼ਰਾਧ ਕਰਾ ਰਹੇ ਆ, ਪਤਾ ਨਹੀਂ ਕਿੰਨਾ ਹਲਵਾ ਬਣਾ ਦਿੱਤਾ, ਬਦਾਮ ਪਾ ਦਿੱਤੇ, ਕਾਜੂ ਪਾ ਦਿੱਤੇ, ਸੋਗੀਆਂ ਪਾ ਦਿੱਤੀਆਂ, ਵੀ ਵਧੀਆ ਹਲਵਾ ਬਣਾਇਓ, ਖਾਣ ਵਾਲਾ ਕਹਿ ਕੇ ਜਾਏ ਵੀ ਬੜਾ ਕੀਮਤੀ ਸਮਾਨ ਇਹਦੇ ਪਾਇਆ ਹੋਇਆ। ਤੇ ਜਿਹਦੇ ਨਾਮ ਤੇ ਹਲਵਾ ਬਣਾਇਆ ਸੀ ਉਹਨੂੰ ਤੇ ਇੱਕ ਘੁੱਟ ਨਹੀਂ ਪਾਣੀ ਦਾ ਪੁੱਛਿਆ। ਸੇਵਾ ਕਰਨ ਦਾ ਵੀ ਹੱਕਦਾਰ ਉਹੀ ਹੈ ਜਿਹਨੇ ਜਿਉਂਦਿਆਂ ਜੀ ਮਾਂ-ਬਾਪ ਦੀ ਸੇਵਾ ਕੀਤੀ ਹੈ। ਕਹਿਣ ਲੱਗੇ ਉਹਨਾਂ ਦੇ ਚਲੇ ਜਾਣ ਤੋਂ ਬਾਅਦ ਵੀ ਉਹਦੇ ਨਾਮ ਦੇ ਉੱਤੇ ਜੋ ਵੀ ਉਹਨੇ ਦੁਨੀਆ ਨੂੰ ਬੁਲਾ ਕੇ ਇਕੱਠਾ ਕਰਕੇ ਛਕਣਾ ਛਕਾਉਣਾ, ਉਹ ਵੀ ਹੱਕਦਾਰ ਹੋਈ ਹੈ ਜਿਹਨੇ ਜਿਉਂਦਿਆਂ ਦੀ ਸੇਵਾ ਕੀਤੀ ਹੈ। ਜਿਉਂਦਿਆਂ ਦੀ ਬਾਤ ਨਹੀਂ ਪੁੱਛੀ ਤੇ ਮੋਇਆਂ ਤੋਂ ਬਾਅਦ
ਅਸੀਂ ਦੁਨੀਆ ਦੀ ਵਾਹਵਾ ਖੱਟ ਰਹੇ ਹਾਂ, ਇਸ ਤਰ੍ਹਾਂ ਨਹੀਂ ਉਹਦੀਆਂ ਖੁਸ਼ੀਆਂ ਮਿਲਦੀਆਂ। ਇੱਕੋ ਹੀ ਰਸਤਾ ਸੀ ਕਿ ਤੂੰ ਹੰਕਾਰ ਨੂੰ, ਨਫ਼ਰਤ ਨੂੰ ਮਿਟਾ ਕੇ ਪ੍ਰੇਮ ਦੀ ਭਾਵਨਾ ਅੰਦਰ ਬਣਾ ਤੇ ਤੂੰ ਨਿਰੰਕਾਰ ਨੂੰ ਪਾ ਸਕਦਾ ਹੈ। ਪਰ ਮਨਮੁਖ ਨੂੰ ਇਹ ਗੱਲ ਸਮਝ ਨਹੀਂ ਆਈ, ਮਨਮੁਖ ਨੂੰ ਇਸ ਗੱਲ ਦੀ ਸੋਝੀ ਨਹੀਂ ਹੋਈ, ਕਿਉਂਕਿ ਉਹਦਾ ਹਰਸਿਉ ਪ੍ਰੀਤ ਨਾ ਪਿਆਰ। ਤੇ ਮਹਾਰਾਜ ਕਹਿੰਦੇ ਜਿਹਦੀ ਪਰਮੇਸ਼ਵਰ ਨਾਲ ਪ੍ਰੀਤ ਨਹੀਂ ਬਣੀ, ਜਿਹਦਾ ਪਰਮੇਸ਼ਵਰ ਦੇ ਚਰਨਾਂ ਨਾਲ ਹੀ ਪਿਆਰ ਨਹੀਂ ਬਣਿਆ, ਜਿਹੜਾ ਜੀਵਨ ਦੇ ਰਿਹਾ, ਜਿਹੜਾ ਜ਼ਿੰਦਗੀ ਦੇ ਰਿਹਾ, ਜਿਹਦੇ ਹੱਥ ਸਾਡੀ ਜ਼ਿੰਦਗੀ ਦੀ ਡੋਰ ਹੈ, ਜਿਹੜਾ ਪਲ ਪਲ ਸਾਡੀ ਪਾਲਣਾ ਕਰ ਰਿਹਾ, ਉਹਦੇ ਨਾਲ ਹੀ ਸਾਡੀ ਪ੍ਰੀਤ ਨਹੀਂ ਹੈ। ਤੇ ਫਿਰ ਮਹਾਰਾਜ ਕਹਿੰਦੇ ਮੈਂ ਕਿਉਂ ਨਾ ਕਵਾਂ, ਓਏ ਮਾਨਸ ਜੂਨ ਨਾ ਆਖੀਆਂ ਪਸ਼ੂ ਢੋਰ ਗਵਾਰ। ਮਹਾਰਾਜ ਜੀ ਕਹਿੰਦੇ ਮੈਂ ਕਿਉਂ ਨਾ ਕਵਾਂ, ਕਿਉਂਕਿ ਇਹ ਸਭ ਤੋਂ ਵੱਡਾ ਅਕਿਰਤ ਕਣ ਹੈ, ਇਹ ਸਭ ਤੋਂ ਵੱਡਾ ਲੂਣ ਹਰਾਮੀ ਹੈ, ਇਹ ਗੁਨਾਹਗਾਰ ਹੈ, ਜਿਹਦੀ ਜ਼ਿੰਦਗੀ, ਜਿਹਦੀ ਦਿੱਤੀ ਹੋਈ ਜ਼ਿੰਦਗੀ ਜੀ ਰਿਹਾ ਉਹਦੇ ਨਾਲ ਹੀ ਪ੍ਰੀਤ ਨਹੀਂ, ਜਿਹਦਾ ਦਿੱਤਾ ਹੋਇਆ ਜੀਵਨ ਸੰਸਾਰ ਵਿੱਚ ਹੰਢਾਰਿਆ ਹੈ ਉਹਦੇ ਨਾਲ ਹੀ ਇਹ ਉਹਦੇ ਨਾਮ ਦਾ ਹੀ ਸਿਮਰਨ ਨਹੀਂ ਇਹ ਕਰਨਾ ਚਾਹੁੰਦਾ। ਇਸ ਲਈ ਇਹ ਮੋਇਆ ਹੋਇਆ ਹੈ। ਮਿਰਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵਾਨ। ਤੇ ਮੁਰਦੇ ਨੇ ਮੁਰਦੇ ਨਾਲ ਹੀ ਪ੍ਰੀਤ ਪਾਉਣੀ ਹੈ, ਮਾਫ ਕਰਨਾ। ਮੁਰਦੇ ਦੀ ਪ੍ਰੀਤ ਮੁਰਦੇ ਨਾਲ ਹੀ ਹੋ ਸਕਦੀ ਹੈ, ਜਿਉਂਦਿਆਂ ਦੀ ਪ੍ਰੀਤ ਜਿਉਂਦਿਆਂ ਨਾਲ ਹੁੰਦੀ ਹੈ। ਅਸੀਂ ਮੜੀਆਂ ਮਸਾਣਾਂ ਦੇ ਵਿੱਚ ਕੀ ਲੈਣ ਜਾਂਦੇ ਹਾਂ, ਉੱਥੇ ਸਾਨੂੰ ਜਿਉਂਦੇ ਜਾਗਦੇ ਮਿਲਦੇ ਨੇ? ਨਹੀਂ, ਕਿਉਂਕਿ ਅਸੀਂ ਆਪ ਅੰਦਰੋਂ ਮੋਏ ਹੋਏ ਹਾਂ। ਸਾਡਾ ਆਤਮਿਕ ਮੰਡਲ ਜਿਹੜਾ ਹੈ, ਉਹ ਮਾਨਸਿਕ ਮੰਡਲ ਜਿਹੜਾ ਹੈ, ਉਹਦੇ ਵਿੱਚ ਇੰਨੀ ਗਿਰਾਵਟ ਆ ਗਈ ਹੈ ਕਿ ਅਸੀਂ ਉਹਦੇ ਵਿੱਚ ਮੋਏ ਹੋਏ ਹਾਂ, ਤੇ ਮੋਇਆ ਹੋਇਆ ਹੀ ਮੋਇਆਂ ਦੇ ਕੋਲ ਜਾ ਰਿਹਾ ਹੈ, ਮੁਰਦਾ ਹੀ ਮੁਰਦੇ ਕੋਲ ਜਾ ਰਿਹਾ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਮੈਂ ਇਸੇ ਲਈ ਇੰਨੀ ਵੱਡੀ ਗੱਲ ਕਹਿ ਦਿੱਤੀ ਮਨੁੱਖ ਨੂੰ ਕਿ ਪਸ਼ੂ ਢੋਰ ਗਵਾਰ, ਕਿਉਂਕਿ ਨਾ ਜੀਵਨ ਦੀ ਸੋਝੀ ਹੈ, ਨਾ ਅੰਦਰ ਕੋਈ ਸਮਝ ਹੈ, ਨਾ ਗਿਆਨ ਹੈ, ਨਾ ਧਿਆਨ ਹੈ, ਬਸ ਹਰਸਿਉ ਪ੍ਰੀਤ ਨਾ ਪਿਆਰ, ਨਾ ਹੀ ਉਹਦਾ ਪਰਮੇਸ਼ਵਰ ਦੇ ਚਰਨਾਂ ਨਾਲ ਪਿਆਰ ਹੈ। ਤਾਂ ਹੀ ਆਖਿਆ ਸੀ ਵੀ ਜਦੋਂ ਗੁਰੂ ਦੁਆਰੇ ਆਓ ਤਾਂ ਬੇਨਤੀ ਜ਼ਰੂਰ ਕਰਿਆ ਕਰੋ, ਗਿਆਨ ਧਿਆਨ ਕਿਛ ਕਰਮ ਨਾ। ਇਹ ਕਬੂਲਣਾ ਪੈਣਾ ਹੈ, ਜੇ ਅਸੀਂ ਮਨੁੱਖ ਕਹਿਲਾਉਣ ਦੇ ਹੱਕਦਾਰ ਬਣਨਾ ਹੈ, ਜੇ ਅਸੀਂ ਮਾਨਸ ਜੂਨੀ ਦੇ ਹੱਕਦਾਰ ਬਣਨਾ ਹੈ ਕਿ ਮੈਂ ਮਨੁੱਖ ਹਾਂ, ਤੇ ਫਿਰ ਇਹ ਕਹਿਣਾ ਪਏਗਾ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾਹਿਨ ਨਿਰਮਲ ਕਰਨੀ, ਸਾਧ ਸੰਗਤ ਕੈ ਅੰਚਲ ਲਾਵੋ, ਬਿਖਮ ਨਦੀ ਜਾਏ ਤਰਨੀ। ਕਹਿਣਾ ਪੈਣਾ ਹੈ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ, ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਮੇਰੇ ਪੱਲੇ ਕੁਛ ਵੀ ਨਹੀਂ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਉਹ ਜਿਨ੍ਹਾਂ ਦਾ ਪਰਮੇਸ਼ਵਰ ਦੇ ਚਰਨਾਂ ਨਾਲ ਪਿਆਰ ਨਹੀਂ ਹੈ, ਜਿਨ੍ਹਾਂ ਨੂੰ ਆਪਣੇ ਜੀਵਨ ਦੀ ਵੀ ਸੋਝੀ ਨਹੀਂ ਹੈ, ਜਿਹੜੇ ਮਾਇਆਵੀ ਵਿਕਾਰਾਂ ਦੀ ਦਲਦਲ ਵਿੱਚ ਫਸੇ ਸੰਸਾਰ ਨਾਲ ਮੋਹ ਪਿਆਰ ਪਾ ਕੇ ਬੈਠੇ ਨੇ, ਉਹ ਪਸ਼ੂ ਢੋਰ ਗਵਾਰ ਦੀ ਤਰ੍ਹਾਂ ਹੁੰਦੇ ਨੇ, ਜਿਨ੍ਹਾਂ ਦੀ ਪਰਮੇਸ਼ਵਰ ਦੇ ਚਰਨਾਂ ਦੇ ਨਾਲ ਪ੍ਰੀਤ ਨਹੀਂ ਹੁੰਦੀ ਹੈ। ਮਨ ਮੁਖ ਮੁਏ ਵਿਕਾਰ ਮਹਿ, ਮਰ ਜਮਹਿ ਵਾਰੋ ਵਾਰ। ਗੱਲ ਮਨਮੁਖ ਦੀ ਚੱਲ ਰਹੀ ਹੈ। ਕਹਿਣ ਲੱਗੇ ਜਿਹੜਾ ਮਨਮੁਖ ਹੁੰਦਾ ਨਾ, ਉਹ ਵਿਕਾਰਾਂ ਦੇ ਵਿੱਚ ਮੋਇਆ ਹੁੰਦਾ ਹੈ, ਉਹ ਵਿਕਾਰਾਂ ਦੇ ਹੱਥੋਂ ਮਰਿਆ ਹੁੰਦਾ ਹੈ। ਤੇ ਜਿਹੜਾ ਮਨਮੁਖ ਵਿਕਾਰਾਂ ਦੇ ਹੱਥੋਂ ਮਾਰਿਆ ਜਾਂਦਾ ਹੈ, ਕਹਿੰਦੇ ਨੇ ਮਰ ਜੰਮਹਿ ਵਾਰੋ ਵਾਰ। ਉਹਦੀ ਇਹ ਵਾਰੀ ਕਦੇ ਖਤਮ ਹੀ ਨਹੀਂ ਹੁੰਦੀ। ਜੰਮਣਾ ਮਰਨਾ, ਜੰਮਣਾ ਮਰਨਾ, ਜੰਮਣਾ ਮਰਨਾ, ਇਹ ਚੱਲਦਾ ਹੀ ਰਹਿੰਦਾ ਉਹਦੇ ਜੀਵਨ ਦੇ ਅੰਦਰ, ਕਦੇ ਵੀ ਟਿਕਾ ਨਹੀਂ ਉਹਨੂੰ ਮਿਲਦਾ। ਜਿਹੜਾ ਵਿਕਾਰਾਂ ਦੇ ਹੱਥੋਂ ਮਾਰਿਆ ਗਿਆ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਹੱਥੋਂ ਮਾਰਿਆ ਗਿਆ, ਉਹਦਾ ਜੰਮਣਾ ਮਰਨਾ, ਜੰਮਣਾ ਮਰਨਾ ਚੱਲਦਾ ਹੀ ਰਹਿੰਦਾ ਹੈ। ਅਸੀਂ ਤੇ ਇੱਕ ਵਾਰੀ ਮਰ ਕੇ ਐਸਾ ਜਿਉਣਾ ਹੈ ਕਿ ਦੁਬਾਰਾ ਮਰਨਾ ਹੀ ਨਾ ਹੋਵੇ। ਅਸੀਂ ਸ਼ਬਦ ਨਾਲ ਜੁੜ ਕੇ ਇੱਕ ਵਾਰ ਆਪਣੇ ਆਪੇ ਨੂੰ ਬੁਰਾਈਆਂ ਵਾਲੇ ਪਾਸਿਓਂ ਮਾਰਨਾ ਹੈ। ਸ਼ਾਇਦ ਪਰਸੋਂ ਵੀ ਜ਼ਿਕਰ ਕੀਤਾ ਸੀ ਆਪ ਜੀ ਨਾਲ ਕਿ ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਐਸਾ ਮਰ ਕੇ ਜੀਵੋ ਕਿ ਦੁਬਾਰਾ ਮਰਨ ਹੋ ਹੀ ਨਾ ਸਕੇ। ਦੁਬਾਰਾ ਕੋਈ ਵੀ ਜਿਹੜਾ ਉਹ ਸਾਨੂੰ ਮੌਤ ਵਾਲੇ ਪਾਸੇ ਨੂੰ ਨਾ ਲੈ ਜਾ, ਸਾਡੀ ਮੌਤ ਨਾ ਹੋ ਸਕੇ।
ਸ਼ਬਦ ਵਿੱਚ ਇੱਕ ਵਾਰੀ ਆਪਣੇ ਆਪੇ ਨੂੰ ਮਾਰਨਾ ਹੈ। ਤੇ ਮਾਰਨਾ ਕਿਵੇਂ ਹੈ? ਬੁਰਾਈਆਂ ਵਾਲੇ ਪਾਸਿਓਂ। ਗੁਰਬਾਣੀ ਨਾ ਸਮਝਣ ਦਾ ਵਿਸ਼ਾ ਹੈ, ਅਸੀਂ ਸਮਝ ਨਹੀਂ ਰਹੇ ਗੁਰਬਾਣੀ ਨੂੰ। ਕਈ ਕਹਿੰਦੇ ਜੀ ਦੇਖੋ ਗੁਰਬਾਣੀ ਵਿੱਚ ਤਾਂ ਸਾਨੂੰ ਰੋਕਿਆ ਗਿਆ ਵੀ ਵਰਤ ਨਹੀਂ ਰੱਖਣਾ ਚਾਹੀਦਾ, ਤੇ ਗੁਰੂ ਸਾਹਿਬ ਕਹਿੰਦੇ ਮੈਂ ਤੇ ਰੋਕਦਾ ਹੀ ਨਹੀਂ, ਰੱਖੋ, ਰੋਜ਼ ਰੱਖੋ ਵਰਤ, ਪਰ ਰੱਖੋ ਸਹੀ ਢੰਗ ਦੇ ਨਾਲ। ਗਲਤ ਤਰੀਕੇ ਦੇ ਨਾਲ ਵਰਤ ਨਾ ਰੱਖੋ। ਰੱਖੋ, ਤੁਹਾਨੂੰ ਕਹਿੰਦੇ ਰੋਜ਼ ਉੱਠ ਕੇ ਵਰਤ ਰੱਖਿਆ ਕਰੋ। ਸਵੇਰੇ ਉੱਠਦਿਆਂ ਸਾਰ ਪਹਿਲਾਂ ਵਰਤ ਰੱਖੋ, ਫਿਰ ਮੰਜੇ ਤੋਂ ਥੱਲੇ ਪੈਰ ਉਤਾਰੋ। ਤੁਸੀਂ ਉੱਠਦਿਆਂ ਸਾਰ, ਤੇ ਸਾਡਾ ਕਿਹੜਾ ਵਰਤ ਹੁੰਦਾ ਵੀ ਰੱਜ ਕੇ ਪੇਟ ਭਰ ਲਓ ਤੇ ਸਾਰਾ ਦਿਨ ਭੁੱਖੇ ਰਹਿ ਕੇ ਸਾਡਾ ਵਰਤ ਹੈ। ਮਹਾਰਾਜ ਕਹਿੰਦੇ ਨਹੀਂ, ਤੂੰ ਅੰਨ ਵੀ ਖਾ, ਤੂੰ ਪਾਣੀ ਵੀ ਪੀ, ਪਰ ਤੂੰ ਵਰਤ ਵੀ ਰੱਖ। ਬਸ ਸਾਡਾ ਤਰੀਕਾ ਗਲਤ ਹੈ, ਉਸ ਤਰੀਕੇ ਨੂੰ ਸਹੀ ਕੀਤਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਕਿਸੇ ਦੇ ਧਰਮ ਜਾ ਕੇ ਉਹਨੂੰ ਰੋਕਿਆ ਥੋੜੀ ਹੈ ਕਿ ਤੂੰ ਆਹ ਧਰਮ ਜਿਹੜਾ ਤੇਰਾ ਗਲਤ ਹੈ। ਕਿਸੇ ਨੂੰ ਆਖਿਆ ਗੁਰੂ ਸਾਹਿਬ ਨੇ? ਕਾਂਸ਼ੀ ਹਰਿਦੁਆਰ ਗਏ, ਸਾਹਿਬ ਨੇ ਕਿਸੇ ਦੇ ਧਰਮ ਨੂੰ ਮਾੜਾ ਕਿਹਾ? ਨਹੀਂ, ਉਹਨਾਂ ਦਾ ਤਰੀਕਾ ਗਲਤ ਸੀ, ਉਹ ਸਹੀ ਕਰਵਾਇਆ। ਮਹਾਰਾਜ ਕਹਿੰਦੇ ਤੁਹਾਡਾ ਤਰੀਕਾ ਗਲਤ ਹੈ। ਤੁਸੀਂ ਸੂਰਜ ਨੂੰ ਪਾਣੀ ਦੇ ਰਹੇ ਹੋ, ਤਰੀਕਾ ਗਲਤ ਹੈ। ਤੁਸੀਂ ਥਾਲੀ ਲੈ ਕੇ ਦੀਵਾ ਰੱਖ ਕੇ ਆਰਤੀ ਕਰ ਰਹੇ ਹੋ, ਤਰੀਕਾ ਗਲਤ ਹੈ। ਆਰਤੀ ਗਲਤ ਨਹੀਂ ਹੈ, ਤੁਹਾਡਾ ਤਰੀਕਾ ਗਲਤ ਹੈ। ਤੁਸੀਂ ਵਰਤ ਰੱਖ ਰਹੇ ਹੋ ਅੰਨ ਛੱਡ ਕੇ, ਉਹ ਤਰੀਕਾ ਗਲਤ ਹੈ। ਵਰਤ ਰੱਖੋ ਪਰ ਤਰੀਕਾ ਤੁਹਾਡਾ ਗਲਤ ਹੈ। ਛੋੜੈ ਅੰਨ ਕਰੇ ਪਾਖੰਡ, ਸਾਹਿਬ ਕਹਿੰਦੇ ਆਹ ਵਾਲਾ ਜਿਹੜਾ ਤਰੀਕਾ ਗਲਤ ਹੈ। ਫਿਰ ਕਿਹੜਾ ਸਹੀ ਹੈ? ਕਹਿੰਦੇ ਉੱਠਦਿਆਂ ਸਾਰ ਕਹਿ ਕਿ ਅੱਜ ਤੋਂ ਮੈਂ ਅੱਖਾਂ ਤੋਂ ਸਾਰਾ ਦਿਨ ਕਿਸੇ ਨੂੰ ਮਾੜੀ ਤੱਕਣੀ ਨਾਲ ਨਹੀਂ ਤੱਕਣਾ। ਆਹ ਵਰਤ ਰੱਖ, ਤੇ ਹਰ ਰੋਜ਼ ਰੱਖ। ਇਹ ਵੀ ਨਹੀਂ ਕਿ ਸੋਮਵਾਰ ਦੇ ਸੋਮਵਾਰ ਹੀ ਰੱਖਣਾ ਹੈ, ਮਹੀਨੇ ਬਾਅਦ 15 ਦਿਨਾਂ ਬਾਅਦ ਹੀ ਜਾ ਕੇ ਰੱਖਣਾ ਹੈ। ਹਰ ਰੋਜ਼ ਰੱਖੋ ਕਿ ਉੱਠਦਿਆਂ ਸਾਰ ਅੱਜ ਮੈਂ ਜਦੋਂ ਬਾਹਰ ਨਿਕਲਣਾ ਤੇ ਮੇਰੀ ਜਿਹੜੀ ਤੱਕਣੀ ਹੈ ਨਾ, ਦੇਖਣੀ, ਇਹਦੇ ਵਿੱਚ ਮੈਲ ਨਹੀਂ ਹੋਣੀ ਚਾਹੀਦੀ। ਮੈਂ ਅੱਜ ਇਹ ਵਰਤ ਰੱਖਣਾ ਹੈ ਕਿ ਮੈਂ ਕਦੇ ਮਾੜਾ ਨਹੀਂ ਵੇਖਣਾ। ਮੈਂ ਕੰਨਾਂ ਤੋਂ ਮਾੜਾ, ਅੱਜ ਸਾਰਾ ਦਿਨ ਮਾੜਾ ਨਹੀਂ ਸੁਣਨਾ। ਜੇ ਕੋਈ ਕਿਤੇ ਮਾੜਾ ਬੋਲਦਾ ਹੋਏਗਾ ਮੈਂ ਪਾਸਾ ਵੱਟ ਜਾਣਾ। ਇਹੀ ਵਰਤ ਹੈ ਕਿ ਜੇ ਕੋਈ ਥਾਲੀ ਰੱਖ ਕੇ ਭੋਜਨ ਅੱਗੇ ਲੈ ਕੇ ਆਵੇ ਤੇ ਮੈਂ ਮੂੰਹ ਪਰੇ ਕਰਕੇ ਕਹਿ ਦੇਣਾ ਵੀ ਨਹੀਂ ਜੀ ਮੇਰਾ ਵਰਤ ਹੈ, ਮੈਂ ਨਹੀਂ ਅੱਜ ਕੁਝ ਖਾ ਸਕਦਾ। ਤੇ ਜਦੋਂ ਕੋਈ ਮਾੜੇ ਬੋਲ ਬੋਲੇ ਤੁਸੀਂ ਆਪਣੇ ਕੰਨ ਪਰੇ ਕਰ ਲਓ ਵੀ ਮੈਂ ਤੇ ਅੱਜ ਵਰਤ ਰੱਖਿਆ, ਅੱਜ ਮੈਂ ਕੋਈ ਮਾੜਾ ਬੋਲ ਨਹੀਂ ਸੁਣਨਾ। ਜਦੋਂ ਕੋਈ ਮਾੜਾ ਪਤਾ ਹੈ ਵੀ ਸਾਹਮਣੇ ਉਹ ਗੰਦਗੀ ਹੈ, ਪਤਾ ਲੱਗ ਜਾਏ ਵੀ ਸਾਹਮਣੇ ਚਿੱਕੜ ਹੈ, ਗੰਦਗੀ ਹੈ, ਤੁਸੀਂ ਪੈਰ ਆਪਣੇ ਮੋੜ ਲੈਂਦੇ ਹੋ ਨਾ ਵੀ ਉਹ ਸਾਹਮਣੇ ਗੰਦਗੀ ਹੈ ਤੇ ਚਿੱਕੜ ਹੈ, ਮੈਂ ਉਧਰੋਂ ਨਹੀਂ ਜਾਣਾ। ਤੇ ਜਦੋਂ ਕੋਈ ਵਿਕਾਰਾਂ ਵਾਲੀ ਗੰਦਗੀ ਚਿੱਕੜ ਹੋਵੇ ਤੇ ਤੁਸੀਂ ਆਪਣੇ ਆਪ ਨੂੰ ਰੋਕ ਲਓ ਵੀ ਮੇਰਾ ਵਰਤ ਹੈ, ਮੈਂ ਨਹੀਂ ਗੰਦਗੀ ਵਾਲੇ ਪਾਸੇ ਜਾਣਾ। ਕਦੇ ਕਿਸੇ ਨੂੰ ਹੱਥਾਂ ਨਾਲ ਠੱਗੀ ਨਹੀਂ ਮੈਂ ਕਰਨੀ, ਇਹਨਾਂ ਹੱਥਾਂ ਨਾਲ ਕੋਈ ਮਾੜਾ ਕਰਮ ਨਹੀਂ ਕਰਨਾ। ਅੱਜ ਮੈਂ ਵਰਤ ਰੱਖਿਆ, ਤੁਸੀਂ ਰੋਜ਼ ਰੱਖ ਕੇ ਵੇਖੋ ਬੁਰਾਈਆਂ ਨੇੜੇ ਹੀ ਨਹੀਂ ਆਉਣਗੀਆਂ। ਤੁਹਾਡੇ ਮਾਨਸਿਕ ਮੰਡਲ ਵਿੱਚ ਕਦੇ ਗਿਰਾਵਟ, ਤੁਹਾਨੂੰ ਕਹਿਣਾ ਹੀ ਨਹੀਂ ਪਏਗਾ ਵੀ ਇਹ ਪਸ਼ੂ ਹੈ, ਪੰਛੀ ਹੈ, ਜਾਨਵਰ ਹੈ, ਇਹ ਹੈਵਾਨ ਹੈ, ਸ਼ੈਤਾਨ, ਕਦੀ ਕਹਿਣਾ ਹੀ ਨਹੀਂ ਪਏਗਾ। ਤੁਸੀਂ ਆਹ ਵਰਤ ਰੱਖੋ, ਤਰੀਕਾ ਸਹੀ ਕਰ ਲਈਏ। ਵਰਤ ਰੱਖਣ ਤੋਂ ਹੁਣ ਤੀਰਥ ਨੇ, ਤੀਰਥਾਂ ਤੇ ਜਾਣ ਤੋਂ ਰੋਕਿਆ ਥੋੜੀ ਹੈ। ਮਹਾਰਾਜ ਕਹਿੰਦੇ ਤਰੀਕਾ ਆਪਣਾ ਸਹੀ ਕਰ ਲਓ। ਜਿਹੜੇ ਤੀਰਥਾਂ ਤੇ ਤੁਸੀਂ ਜਿਸ ਤਰੀਕੇ ਨਾਲ ਜਾ ਰਹੇ ਹੋ ਉਹ ਤਰੀਕਾ ਗਲਤ ਹੈ। ਤੁਸੀਂ ਤਨ ਕਰਕੇ ਨਹੀਂ, ਮਨ ਕਰਕੇ ਜਾਓ। ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਰੋਕਦੇ ਥੋੜੀ ਨੇ ਸਤਿਗੁਰੂ ਜੀ। ਬਸ ਤਰੀਕਾ ਗਲਤ ਹੈ। ਅਖੰਡੇ ਦੀ ਪੌਲ ਲੈਣ ਤੋਂ ਕਿਉਂ ਭੱਜਦੀ ਹੈ ਸਾਡੀ ਅਜੋਕੀ ਪੀੜ੍ਹੀ? ਅੱਜ ਫੈਸ਼ਨ ਦੇ ਦੌਰ ਤੇ ਅਸੀਂ ਅੰਮ੍ਰਿਤ ਖੰਡੇ ਦੀ ਪੌਲ ਤੋਂ ਕਿਉਂ ਭੱਜਦੇ ਹਾਂ? ਕਿਉਂਕਿ ਸਾਨੂੰ ਡਰਾਇਆ ਹੀ ਇੰਨਾ ਗਿਆ, ਸਾਨੂੰ ਇੰਨਾ ਡਰਾ ਦਿੱਤਾ ਗਿਆ। ਬੰਦਾ ਤੇ ਸੁਣਦਿਆਂ ਸਾਰੀ ਭੱਜ ਲੈਂਦਾ ਹੈ, ਕਹਿੰਦਾ ਕਿ ਖੰਡੇ ਦੀ ਪੌਲ ਨਹੀਂ ਲੈਣੀ, ਇੱਥੇ ਤਾਂ ਪਤਾ ਨਹੀਂ ਕਿੰਨੀਆਂ ਪਾਬੰਦੀਆਂ ਵਿੱਚ ਰਹਿਣਾ ਪੈਂਦਾ। ਡਰਾਇਆ ਹੀ ਇੰਨਾ ਗਿਆ, ਅਸੀਂ ਡਰ ਹੀ ਇੰਨੇ ਗਏ ਕਿ ਖੰਡੇ ਦੀ ਪੌਲ ਲੈਣ ਤੋਂ ਵੀ ਅਸੀਂ ਘਬਰਾਉਂਦੇ ਹਾਂ। ਉਹ ਜ਼ਹਿਰ ਥੋੜੀ ਹੈ, ਉਹ ਤੇ ਅੰਮ੍ਰਿਤ ਹੈ। ਉਹਨੇ ਜ਼ਿੰਦਗੀ ਵਿਗਾੜਨੀ ਨਹੀਂ, ਉਹਨੇ ਜ਼ਿੰਦਗੀ ਸਵਾਰਨੀ ਹੈ ਸਾਡੀ। ਪਰ ਗੱਲ ਇਹ ਨਾ ਵੀ ਸਾਨੂੰ ਜਿਹੜਾ ਪ੍ਰਚਾਰ ਗਲਤ ਕੀਤਾ ਗਿਆ, ਸਾਨੂੰ ਤਰੀਕਾ ਗਲਤ ਦੱਸਿਆ ਗਿਆ। ਸਤਿਗੁਰੂ ਜੀ ਦੀ ਬਾਣੀ ਸਾਨੂੰ ਗਲਤ ਰਸਤੇ ਜਾਣ ਤੋਂ ਰੋਕਦੀ ਹੈ। ਭੂਲੇ ਮਾਰਗ ਜਿਨਹੇ ਬਤਾਇਆ ਐਸਾ ਗੁਰ ਵੱਡ ਭਾਗੀ। ਕਰਮ ਕਰੋ ਪਰ ਕਰਮ ਚੰਗਾ ਕਰੋ, ਮਾੜਾ ਨਾ ਕਰੋ। ਕਰਮ ਤੇ ਕਰਨਾ ਹੀ ਕਰਨਾ ਹੈ, ਬਸ ਮਾੜਾ ਨਹੀਂ ਕਰਨਾ, ਚੰਗਾ ਕਰਨਾ ਹੈ। ਅਸੀਂ ਗਲਤ ਰਸਤੇ ਨਹੀਂ, ਚੰਗੇ ਰਸਤੇ ਜਾਣਾ। ਰਸਤਾ ਥੋੜੀ ਛੱਡਣਾ ਹੈ,
ਰਸਤਾ ਚੰਗਾ ਅਪਣਾਉਣਾ ਹੈ। ਇਸ ਲਈ ਗੁਰਬਾਣੀ ਸਾਨੂੰ ਰੋਕਦੀ ਨਹੀਂ, ਸਾਡੇ ਤੌਰ ਤਰੀਕੇ ਨੂੰ ਬਦਲਦੀ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਹਿ ਰਹੇ ਨੇ, ਕਹਿੰਦੇ ਮਨ ਮੁਖ ਮੂਏ ਵਿਕਾਰ ਮਹਿ ਮਰ ਜੰਮਹਿ ਵਾਰੋ ਵਾਰ। ਜਿਹੜੇ ਵਿਕਾਰਾਂ ਦੇ ਹੱਥੋਂ ਮਰਦੇ ਨੇ ਉਹ ਬਾਰ-ਬਾਰ ਜੰਮਦੇ ਮਰਦੇ ਜੰਮਦੇ ਮਰਦੇ ਰਹਿੰਦੇ ਹਨ। ਜੀਵਨ ਦਿਆਂ ਨੂੰ ਮਿਲੈ ਸੋ ਜੀਵਨ ਦੇ ਹਰ ਜਗ ਜੀਵਨ ਉਰ ਧਾਰ। ਜਿਵੇਂ ਪਹਿਲਾਂ ਜ਼ਿਕਰ ਕੀਤਾ ਕਿ ਮੁਰਦਾ ਮੁਰਦੇ ਕੋਲ ਜਾਏਗਾ ਤੇ ਕੀ ਲਏਗਾ, ਜੀਵਦਿਆਂ ਕੋਲ ਆਓ ਕੁਝ ਜੀਵਨ ਦੀ ਆਸ ਵੀ ਮਿਲੇਗੀ। ਤੇ ਜਿਹੜਾ ਹੈ ਹੀ ਮੁਰਦਾ, ਹੁਣ ਕਿਸੇ ਨੇ ਕਿਹਾ ਸੀ ਤਾਜ ਮਹਿਲ ਜਾਓ ਤੇ ਉੱਥੇ ਕੀ ਮਿਲਦਾ, ਇੱਕ ਕਬਰ ਹੀ ਵੇਖਣ ਨੂੰ ਮਿਲਦੀ ਹੈ। ਅਸੀਂ ਕਹਿੰਦੇ ਆ ਵੀ ਇਹ ਅਜੂਬਿਆਂ ਵਿੱਚੋਂ ਇੱਕ ਅਜੂਬਾ ਹੈ, ਤੇ ਜਿਹੜਾ ਸਾਨੂੰ ਇੱਕ ਅਜੂਬਾ ਦੇ ਦਿੱਤਾ, ਉੱਥੇ ਤੇ ਮੁਰਦਿਆਂ ਵਿੱਚ ਵੀ ਜਾਨ ਪਾਈ ਜਾਂਦੀ ਹੈ। ਉੱਥੇ ਤੇ ਜਿਹੜੀਆਂ ਜਿਨ੍ਹਾਂ ਦੀਆਂ ਜ਼ਮੀਰਾਂ ਮਰੀਆਂ ਹੋਈਆਂ ਨੇ ਉਹਨਾਂ ਦੇ ਅੰਦਰ ਦੀ ਇਨਸਾਨੀਅਤ ਜ਼ਮੀਰ ਵੀ ਅੰਦਰੋਂ ਜਾਗ ਪੈਂਦੀ ਹੈ, ਜਿਹੜਾ ਆ ਕੇ ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਜੁੜ ਜਾਂਦਾ ਹੈ। ਜਿਹੜਾ ਉਸ ਨਿਰੰਕਾਰ ਦੇ ਘਰ ਨਾਲ ਆ ਕੇ ਜੁੜ ਜਾਏ। ਤੇ ਇੱਥੇ ਕਹਿ ਰਹੇ ਨੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਜੀਵਨ ਦਿਆਂ ਨੂੰ ਮਿਲੈ ਸੋ ਜੀਵਨ ਦੇ। ਹੁਣ ਫਿਰ ਬੇਨਤੀ ਕਰਾਂ, ਤੁਸੀਂ ਕਿਸੇ ਕਬਰ ਤੇ ਜਾ ਰਹੇ ਹੋ, ਉੱਥੇ ਕੋਈ ਤੁਹਾਨੂੰ ਕਬਰ ਵਿੱਚ ਜਿਉਂਦਾ ਮਿਲਦਾ ਹੈ? ਤੇ ਕਈ ਵਾਰ ਤੇ ਥਾਵਾਂ ਵੀ ਐਸੀਆਂ ਬਣੀਆਂ ਜਿਨ੍ਹਾਂ ਵਿੱਚ ਹੁੰਦਾ ਵੀ ਕੁਛ ਨਹੀਂ। ਕਈ ਤੇ ਬਣਾਈ ਐਸੀਆਂ ਦਿੱਤੀਆਂ ਜਿਨ੍ਹਾਂ ਦਾ ਕੋਈ ਇਤਿਹਾਸ ਹੀ ਨਹੀਂ, ਪਿਛੋਕੜ ਹੀ ਨਹੀਂ ਹੈ, ਬਸ ਬਣ ਗਈਆਂ ਤੇ ਅਸੀਂ ਜੁੜੇ ਹੋਏ ਹਾਂ, ਜਿਹਦੇ ਪਤਾ ਹੀ ਨਹੀਂ ਇਹਦੇ ਵਿੱਚ ਕੌਣ ਹੈ ਕੌਣ ਨਹੀਂ ਹੈ। ਔਰ ਜਿਹੜਾ ਸੱਚਾ ਮੁਸਲਮਾਨ ਹੈ ਉਹ ਤੇ ਕਦੇ ਕਬਰ ਨਾਲ ਜੁੜਦਾ ਵੀ ਨਹੀਂ ਹੈ। ਫਿਰ ਇਹ ਬਣ ਕਿੱਥੋਂ ਗਈਆਂ, ਆ ਕਿੱਥੋਂ ਗਈਆਂ? ਖੈਰ, ਸਮੇਂ ਦੇ ਦਾਇਰੇ ਵਿੱਚ ਰਹਿ ਕੇ ਵਿਚਾਰ ਨੂੰ ਸੰਕੋਚੀਏ। ਸਾਹਿਬ ਕਹਿੰਦੇ ਜੇ ਜੀਵਦਿਆਂ ਨੂੰ ਮਿਲੋਗੇ, ਜਿਨ੍ਹਾਂ ਦੀਆਂ ਜ਼ਮੀਰਾਂ ਜਾਗੀਆਂ ਹੋਈਆਂ ਨੇ, ਜਿਹੜੇ ਇਨਸਾਨੀਅਤ ਤੌਰ ਤੇ ਜਾਗ ਰਹੇ ਨੇ, ਜਿਹੜੇ ਮਨੁੱਖ ਦੇ ਤਲ ਤੇ ਜਾਗ ਰਹੇ ਨੇ, ਜਦੋਂ ਤੁਸੀਂ ਉਹਨਾਂ ਗੁਰਮੁਖਾਂ ਨੂੰ ਮਿਲੋਗੇ ਤੁਸੀਂ ਵੀ ਜੀਵਦੇ ਹੋ ਜਾਓਗੇ। ਤੁਹਾਡੀ ਜ਼ਮੀਰ ਜਾਗ ਜਾਏਗੀ, ਇਨਸਾਨੀਅਤ ਜਾਗ ਜਾਏਗੀ, ਤੁਸੀਂ ਮਨੁੱਖ ਦੇ ਤਲ ਤੇ ਜਾਗ ਜਾਓਗੇ। ਹਰ ਜਗ ਜੀਵਨ ਉਰ ਧਾਰ। ਤੇ ਜਿਹੜਾ ਤੁਹਾਨੂੰ ਜਗਤ ਵਿੱਚ ਜੀਵਨ ਦੇਣ ਵਾਲਾ ਹੈ ਉਹਦੇ ਨਾਮ ਨੂੰ ਤੁਸੀਂ ਆਪਣੇ ਹਿਰਦੇ ਵਿੱਚ ਧਾਰਨ ਕਰ ਲਓਗੇ। ਜਦੋਂ ਤੁਸੀਂ ਗੁਰਮੁਖਾਂ ਦੀ ਸੰਗਤ ਵਿੱਚ, ਜੀਵਦਿਆਂ ਦੀ ਸੰਗਤ ਵਿੱਚ ਆਓਗੇ, ਤੁਹਾਨੂੰ ਵੀ ਜੀਵਨ ਦਾਨ ਮਿਲ ਜਾਵੇਗਾ। ਨਾਨਕ ਗੁਰਮੁਖ ਸੋਹਣੇ ਤਿਤ ਸੱਚੈ ਦਰਬਾਰ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਫਿਰ ਉਹ ਗੁਰਮੁਖ ਬਣ ਜਾਂਦਾ ਜਿਹੜਾ ਜੀਵਦਿਆਂ ਦੀ ਸੰਗਤ ਵਿੱਚ ਆ ਕੇ ਪਰਮੇਸ਼ਵਰ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦਾ ਹੈ। ਫਿਰ ਉਹ ਸੋਹਣੇ ਹੋ ਜਾਂਦੇ ਨੇ। ਬਾਹਰੋਂ ਭਾਵੇਂ ਸ਼ਕਲ ਸੂਰਤ ਨਾ ਹੋਵੇ, ਪਰ ਅੰਦਰੋਂ ਵਿਚਾਰਾਂ, ਖਿਆਲ, ਮਾਨਸਿਕ ਤਲ ਤੇ ਉਹ ਸੋਹਣੇ ਹੋ ਜਾਂਦੇ ਨੇ। ਕਿਤੇ ਉਹ ਸੋਹਣਾਪਨ ਕਿੱਥੇ ਨਜ਼ਰ ਆਉਂਦਾ ਹੈ? ਤਿਤ ਸੱਚੈ ਦਰਬਾਰ। ਉਹ ਸੱਚੇ ਦੇ ਦਰਬਾਰ ਵਿੱਚ ਫਿਰ ਉਹ ਬੜੇ ਸੋਹਣੇ ਲੱਗਦੇ ਨੇ, ਸ਼ੋਭਦੇ ਨੇ। ਵਾਹ ਵਾਹ ਕਰੈ ਸੇ ਜਨ ਸੋਹਣੇ। ਕਹਿਣ ਲੱਗੇ ਜਿਹੜੇ ਵਾਹ ਵਾਹ ਕਰਦੇ ਨੇ, ਪਰਮੇਸ਼ਵਰ ਦੇ ਗੁਣ ਗਾਉਂਦੇ ਨੇ, ਜਿਹੜੇ ਸ਼ੁਭ ਗੁਣਾਂ ਦੇ ਧਾਰਨੀ ਗੁਰਮੁਖਾਂ ਦੀ ਸੰਗਤ ਵਿੱਚ ਆ ਕੇ ਬਣਦੇ ਨੇ, ਉਹ ਮਨ ਕਰਕੇ, ਵਿਚਾਰਾਂ ਕਰਕੇ, ਕਰਮ ਕਰਕੇ ਸੋਹਣੇ ਹੋ ਜਾਂਦੇ ਨੇ ਤੇ ਉਸ ਮਾਲਕ ਦੇ ਦਰਬਾਰ ਵਿੱਚ ਵੀ ਉਹ ਸ਼ੋਭਾ ਪਾਉਂਦੇ ਨੇ। ਮਾਣ, ਇੱਜ਼ਤ, ਪਿਆਰ, ਸਤਿਕਾਰ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ। ਇਹ ਫੈਸਲਾ ਹੁਣ ਆਪਾਂ ਕਰਨਾ ਹੈ ਕਿ ਅਸੀਂ ਮੁਰਦਿਆਂ ਕੋਲ ਜਾਣਾ ਹੈ ਕਿ ਜੀਵਦਿਆਂ ਕੋਲ ਆਉਣਾ ਹੈ। ਅਸੀਂ ਉਸ ਮਾਲਕ ਦੇ ਘਰ ਇੱਜ਼ਤ, ਮਾਣ, ਪਿਆਰ, ਸਤਿਕਾਰ ਪਾਉਣਾ ਹੈ ਕਿ ਅਸੀਂ ਬਾਰ-ਬਾਰ ਵਿਕਾਰਾਂ ਦੇ ਹੱਥੋਂ ਮਰ ਕੇ ਇਹ ਮਰਨ, ਜਨਮ ਮਰਨ ਵਿੱਚ ਹੀ ਪਿਆ ਰਹਿਣਾ ਹੈ। ਇਹ ਫੈਸਲਾ ਅਸੀਂ ਕਰਕੇ ਤੇ ਫਿਰ ਅਸੀਂ ਉਸ ਰਾਹ ਤੁਰਨਾ ਹੈ। ਸਤਿਗੁਰੂ ਜੀ ਦੇ ਚਰਨਾਂ ਵਿੱਚ ਆਏ ਹਾਂ ਤੇ ਬੇਨਤੀ ਕਰੀਏ, ਸਤਿਗੁਰੂ ਜਿੰਨਾ ਚਿਰ ਸਾਹ ਚੱਲਦਾ ਹੈ ਨਾ, ਆਖਰੀ ਦਮ ਤੱਕ ਸਾਡੇ ਤੇ ਇੱਕ ਮਿਹਰ ਕਿਰਪਾ ਕਰ ਦਿਓ। ਸਾਨੂੰ ਆਪਣੇ ਦਰ ਦੇ ਗੋਲੇ ਬਣਾ ਕੇ ਰੱਖੋ ਤੇ ਜੀਵਦਿਆਂ ਦੀ ਸੰਗਤ, ਸਈ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ। ਉਹ ਜਿਹੜੇ ਗੁਰਮੁਖ ਜਿਉਂਦੇ ਜਾਗਦੇ ਨੇ, ਜਿਨ੍ਹਾਂ ਦੀ ਜ਼ਮੀਰ ਇਨਸਾਨੀਅਤ ਅੰਦਰ ਮਰੀ ਨਹੀਂ ਹੈ, ਉਹਨਾਂ ਗੁਰਮੁਖਾਂ ਦੀ ਸੰਗਤ ਔਰ ਆਪਣੇ ਚਰਨਾਂ ਦਾ ਇਹ ਪਿਆਰ ਸਾਨੂੰ ਸਦਾ ਹੀ ਬਖਸ਼ਦੇ ਰਹੋ। ਅਸੀਂ ਤੇ ਇਹੀ ਅਰਦਾਸ ਤੁਹਾਡੇ ਚਰਨਾਂ ਵਿੱਚ ਕਰਨ ਆਏ ਹਾਂ। ਨਾਨਕ ਘਰ ਕੇ ਗੋਲੇ
ਨਾਨਕ ਘਰ ਕੇ ਗੋਲੇ ਨਾਨਕ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮਰੀ ਸ਼ਰਨ ਤੁਮਾਰੀ ਆਸਾ। ਤੁਮ ਹੀ ਸੱਜਣ ਸੁਹੇਲੇ, ਤੁਮ ਹੀ ਸੱਜਣ ਸੁਹੇਲੇ। ਰਾਖੋ ਰਾਖਣ ਹਾਰ ਦਇਆਲਾ, ਰਾਖੋ ਰਾਖਣ ਹਾਰ ਦਇਆਲਾ। ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ ਨਾਨਕ। ਰਾਖੋ ਰਾਖਣ ਹਾਰ ਦਇਆਲਾ, ਰਾਖੋ ਰਾਖਣ ਹਾਰ ਦਇਆਲਾ। ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ ਨਾਨਕ। ਬੁਰਾਈਆਂ ਦਾ, ਮਨਮੁਖਾਂ ਦਾ ਰਸਤਾ ਛੱਡ ਕੇ ਗੁਰਮੁਖਾਂ ਦੀ ਸੰਗਤ ਵਿੱਚ ਆ ਕੇ ਗੁਰੂ ਵਾਲੇ ਬਣੀਏ, ਬਾਣੇ ਬਾਣੀ ਦੇ ਧਾਰਨੀ ਬਣੀਏ, ਨਿਤਨੇਮੀ ਬਣੀਏ, ਜਿਹਦੇ ਨਾਲ ਨੇਕ ਕਰਮ ਕਰਦਿਆਂ ਲੋਕ ਸੁਖੀਏ, ਪਰਲੋਕ ਸੁਹੇਲੇ ਨਾਨਕ ਹਰਿ ਪ੍ਰਭ ਆਪੇ ਮਿਲੇ ਜੀਵਨ ਬਣ ਸਕੇ। ਜਿੱਥੇ ਤੁਸੀਂ ਇਸ ਗੁਰਦੁਆਰਾ ਸਾਹਿਬ ਵਿੱਚ ਆ ਕੇ ਗੁਰਬਾਣੀ ਕਥਾ ਕੀਰਤਨ ਨਾਲ ਜੁੜਦੇ ਹੋ, ਉੱਥੇ ਗੁਰਦੁਆਰਾ ਸਾਹਿਬ ਦੇ ਅਦਾਰੇ ਹੇਠ ਭਾਈ ਗੁਰਦਾਸ ਗੁਰਮਤਿ ਮਿਸ਼ਨਰੀ ਕਾਲਜ ਚੱਲ ਰਿਹਾ ਹੈ, ਜਿੱਥੇ ਵਿਦਿਆਰਥੀਆਂ ਨੂੰ ਗੁਰਮਤਿ ਵਿੱਦਿਆ ਦਿੱਤੀ ਜਾਂਦੀ ਹੈ। ਤਬਲੇ ਦੀ ਸਿਖਲਾਈ, ਹਾਰਮੋਨੀਅਮ ਦੀ ਔਰ ਗੁਰਬਾਣੀ ਸੰਥਿਆ ਕਥਾ ਵਿਚਾਰ ਦਾ ਇਹ ਗਿਆਨ ਵੰਡਿਆ ਜਾਂਦਾ ਹੈ। ਕੱਲ੍ਹ ਵੀ ਜਿਹੜਾ ਸੀ ਉਹ ਦਾਖਲੇ ਦੀ ਤਰੀਕ ਸੀ, ਅੱਜ ਵੀ ਜਿਹੜਾ ਉਹ ਦਾਖਲਾ ਭਾਈ ਗੁਰਦਾਸ ਗੁਰਮਤਿ ਮਿਸ਼ਨਰੀ ਕਾਲਜ ਵਿੱਚ ਵਿਦਿਆਰਥੀਆਂ ਦਾ ਹੋਣਾ ਹੈ। ਤੇ ਆ ਕੇ ਅਸੀਂ ਆਪਣੇ ਆਪਣੇ ਬੱਚਿਆਂ ਨੂੰ ਗੁਰਮਤਿ ਦੀ ਵਿੱਦਿਆ ਦੇ ਨਾਲ ਜੋੜੀਏ। ਜ਼ਰੂਰੀ ਨਹੀਂ, ਪਿੱਛੇ ਜੇ ਬੇਨਤੀ ਕੀਤੀ ਸੀ ਕਿ ਜ਼ਰੂਰੀ ਨਹੀਂ ਵੀ ਅਸੀਂ ਉਹਨਾਂ ਨੂੰ ਗੁਰਦੁਆਰੇ ਦੇ ਭਾਈ ਕੀਰਤਨੀਏ ਹੀ ਬਣਾਉਣਾ ਹੈ। ਸਾਨੂੰ ਸਾਡੇ ਇਤਿਹਾਸ, ਸਾਡੇ ਗੁਰੂ ਦਾ ਗਿਆਨ ਹੋਣਾ ਚਾਹੀਦਾ ਹੈ। ਅਸੀਂ ਜਿਸ ਗੁਰੂ ਸਤਿਗੁਰੂ ਜੀ ਦੇ ਗੁਰਸਿੱਖਾਂ ਦੇ ਘਰਾਂ ਵਿੱਚ ਪੈਦਾ ਹੋਏ ਹਾਂ, ਸਾਨੂੰ ਉਸ ਗੁਰੂ ਦਾ ਗਿਆਨ ਹੋਣਾ ਚਾਹੀਦਾ ਹੈ। ਉਹਦੇ ਵਾਸਤੇ ਅਸੀਂ ਆਪਣੇ ਬੱਚਿਆਂ ਨੂੰ ਜਿਹੜੇ ਗੁਰਮਤਿ ਦੀ ਵਿੱਦਿਆ ਦੇਣ ਵਾਸਤੇ ਜ਼ਰੂਰ ਲਿਆ ਕੇ ਦਾਖਲਾ ਕਰਵਾਈਏ। ਸਮੇਂ ਸਿਰ ਪਹੁੰਚ ਕੇ ਗੁਰੂ ਵਾਲੇ ਬਣਨ ਦਾ ਯਤਨ ਕਰੀਏ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਨੇ। ਸਤਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਗੁਰੂ ਅਮਰਦਾਸ ਜੀ ਦੇ ਪਾਵਨ ਬਚਨ ਆਪਣੇ ਹਿਰਦੇ ਅੰਦਰ ਵਸਾ ਲਈਏ ਜੀ। ਜੀਵਨ ਦਿਆਂ ਨੂੰ ਮਿਲੈ ਸੋ ਜੀਵਨ ਦੇ, ਹਰ ਜਗ ਜੀਵਨ ਉਰ ਧਾਰ। ਨਾਨਕ ਗੁਰਮੁਖ ਸੋਹਣੇ, ਤਿਤ ਸੱਚੇ ਦਰਬਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।